ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਹਰਜਿੰਦਰ ਵਾਲੀਆ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ। ਪਿਆਰੇ ਦਰਸ਼ਕੋ, ਅੱਜ ਦੋ ਖਬਰਾਂ ਜਿਹੜੀਆਂ ਪਹਿਲੀਆਂ ਦੋ ਖਬਰਾਂ ਨੇ ਉਹ ਨੈਸ਼ਨਲ ਖਬਰਾਂ ਲੈਣੀਆਂ ਨੇ, ਪਰ ਕਿਉਂਕਿ ਸਿੱਧੇ ਤੌਰ ਤੇ ਸਾਡੇ ਤੇ ਅਸਰ ਪੈਂਦਾ ਹੈ, ਸਾਨੂੰ ਵੀ ਇਫੈਕਟ ਕਰਦੀਆਂ ਨੇ, ਇਸ ਕਰਕੇ ਇਹ ਦੋ ਖਬਰਾਂ ਬਹੁਤ ਇੰਪੋਰਟੈਂਟ ਨੇ। ਪਹਿਲੀ ਖਬਰ ਫਾਰੂਕ ਅਬਦੁੱਲਾ ਦੇ ਨਾਲ ਸੰਬੰਧਿਤ। ਫਾਰੂਕ ਅਬਦੁੱਲਾ ਜਿਹੜੇ ਸ਼ੇਖ ਅਬਦੁੱਲਾ ਦਾ ਪੁੱਤਰ, ਉਮਰ ਅਬਦੁੱਲਾ ਦਾ ਪਿਓ, ਇਹ ਵੱਡਾ ਲੀਡਰ ਨੈਸ਼ਨਲ ਕਾਨਫਰੰਸ ਦਾ ਮੁੱਖ ਮੰਤਰੀ ਰਿਹਾ, ਕੈਬਨਿਟ ਮਿਨਿਸਟਰ ਰਿਹਾ। ਜਦੋਂ ਧਾਰਾ 370 ਰੱਦ ਕੀਤੀ, ਉਸ ਵੇਲੇ ਇਹ ਫਾਰੂਕ ਅਬਦੁੱਲਾ ਨੇ ਇੱਕ ਬਿਆਨ ਦਿੱਤਾ ਸੀ ਕਿ ਤੁਸੀਂ ਇਹ ਕਰ ਕੀ ਰਹੇ ਹੋ, ਕੀ ਹੁਣ ਅਸੀਂ ਆ ਜਿਹੜਾ ਕੁਝ ਤੁਸੀਂ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ, ਹੁਣ ਸਾਨੂੰ ਪਾਕਿਸਤਾਨ ਜਾਂ ਜਿਹੜੇ ਚੀਨ ਵੱਲ ਦੇਖਣਾ ਪਏਗਾ। ਇਸ ਨੂੰ ਲੈ ਕੇ ਉਦੋਂ ਬੜਾ ਹੱਲਾ ਗੁੱਲਾ ਹੋਇਆ ਸੀ। ਵੈਸੇ ਲੋਕਾਂ ਨੂੰ ਇਹ ਨਹੀਂ ਪਤਾ ਇਹ ਭਾਰਤ ਦਾ ਉਹ ਮੁਸਲਮਾਨ ਹੈ ਜਿਹੜਾ ਭਾਰਤੀ ਮੁਸਲਮਾਨਾਂ ਦਾ ਪੱਖ UN ਵਿੱਚ ਇੱਕ ਵਾਰ ਪੇਸ਼ ਕਰਕੇ ਆਇਆ ਸੀ ਕਿ ਅਸੀਂ ਹਿੰਦੁਸਤਾਨੀ ਆ, ਅਸੀਂ ਇੱਥੇ ਜਿਹੜੀ ਬੜੇ ਵਧੀਆ ਤਰੀਕੇ ਨਾਲ ਰਹਿ ਰਹੇ ਹਾਂ, ਹੱਕ 'ਚ ਬੋਲਿਆ ਸੀ। ਲੇਕਿਨ ਉਸ ਨੂੰ ਬਹੁਤ ਸਾਰੇ ਲੋਕਾਂ ਨੇ ਦੇਸ਼ ਧਰੋਹੀ ਬਣਾਤਾ, ਤਾਂ ਦੇਸ਼ ਧਰੋਹੀ ਪਟੀਸ਼ਨ ਪੈ ਗਈ ਔਰ ਕੱਲ ਸੁਪਰੀਮ ਕੋਰਟ ਨੇ ਪਟੀਸ਼ਨ ਤੇ ਜਿਹੜੀ ਹੈ ਕਾਰਵਾਈ ਕੀਤੀ। ਮੈਂ ਸਮਝਦਾ ਕਿ ਸੁਪਰੀਮ ਕੋਰਟ ਦਾ ਇਹ ਬਿਆਨ ਬਹੁਤ ਅਹਿਮ ਹੈ, ਖਾਸ ਤੌਰ ਤੇ ਇਹਨਾਂ ਦਿਨਾਂ 'ਚ। ਕੀ ਕਿਹਾ ਸੁਪਰੀਮ ਕੋਰਟ ਨੇ? ਉਹ ਕਹਿੰਦੇ ਕਿ ਜੇ ਅਸੀਂ ਸਰਕਾਰ ਤੋਂ ਵੱਖਰੀ ਰਾਏ ਕੋਈ ਰੱਖਦਾ ਹੈ ਤਾਂ ਉਹਦਾ ਮਤਲਬ ਉਹ ਦੇਸ਼ ਧਰੋਹੀ ਹੋ ਜਾਂਦਾ। ਇਹੀ ਤਾਂ ਚੱਲ ਰਿਹਾ ਅੱਜ ਕੱਲ ਕਿ ਜੇ ਜਾਂ ਤਾਂ ਸਰਕਾਰ ਦੀ ਗੱਲ ਕਰੋ, ਜੇ ਸਰਕਾਰ ਦੀ ਗੱਲ ਨਹੀਂ ਕਰਦੇ ਤਾਂ ਤੁਸੀਂ ਦੇਸ਼ ਧਰੋਹੀ ਗਰਦਾਨ ਦਿੱਤੇ ਜਾਵੋਗੇ, ਕਿਉਂਕਿ ਮੀਡੀਆ ਵੀ ਸਾਡਾ ਔਰ ਸਾਰੀਆਂ ਹੋਰ ਸੰਸਥਾਵਾਂ ਤੇ ਕਬਜ਼ਾ ਹੈ। ਤਾਂ ਇਸ ਕਰਕੇ ਜਿਹੜਾ ਬੰਦਾ ਬੋਲਦਾ ਹੈ, ਫੰਡਾਮੈਂਟਲ ਰਾਈਟ ਹੈ ਕਿ ਤੁਸੀਂ ਆਪਣੀ, ਤੁਹਾਨੂੰ ਆਜ਼ਾਦੀ ਹੈ ਬੋਲਣ ਦੀ, ਕੁਛ ਵੀ ਕਹਿ ਸਕਦੇ ਹੋ। ਜਦੋਂ ਮੈਨੂੰ ਬਹੁਤ ਵਾਰ ਸਵਾਲ ਹੁੰਦਾ, ਸਿਮਰਜੀਤ ਸਿੰਘ ਮਾਨ ਜਦੋਂ ਖਾਲਿਸਤਾਨ ਜਿੰਦਾਬਾਦ ਕਹਿੰਦੇ ਨੇ ਕਿ ਉਦੋਂ ਕਿਉਂ ਨਹੀਂ ਉਹਨਾਂ ਨੂੰ ਫੜਦੇ? ਇੱਕ ਟਾਈਮ ਸੀ ਖਾਲਿਸਤਾਨ ਜਿੰਦਾਬਾਦ ਤੇ ਵੀ ਜਿਹੜਾ ਹੈ ਦੇਸ਼ ਧਰੋਹੀ ਬਣਾ ਦਿੱਤਾ ਜਾਂਦਾ ਸੀ, ਪਰ ਫਿਰ ਜਦੋਂ ਕੋਰਟ ਨੇ ਆਰਡਰ ਕੀਤਾ ਕਿ ਇਹ ਕਹਿਣ ਨਾਲ ਕੋਈ ਦੇਸ਼ ਧਰੋਹੀ ਨਹੀਂ ਬਣ ਸਕਦਾ, ਇਹ ਤੇ ਕੋਈ ਕੇਸ ਨਹੀਂ ਬਣਦਾ। ਲੇਕਿਨ ਜਦੋਂ ਫਾਰੂਕ ਅਬਦੁੱਲਾ ਨੇ ਕਿਹਾ, ਬੜਾ ਰੌਲਾ ਪਿਆ। ਹੁਣ ਕੱਲ ਦੇ ਬਿਆਨ ਨੇ ਇੱਕ ਵਾਰ ਫਿਰ ਸਿੱਧ ਕਰਤਾ, ਇਹ ਦੂਜੀ ਵਾਰ ਹੋਇਆ। ਪਹਿਲਾਂ ਦਿਸ਼ਾ ਰਵੀ ਦੇ ਕੇਸ ਦੇ ਵਿੱਚ ਵੀ ਇਸੇ ਕਿਸਮ ਦਾ ਫੈਸਲਾ ਆਇਆ ਸੀ। ਸਰਕਾਰ ਨੂੰ ਸਮਝਣਾ ਚਾਹੀਦਾ ਇਹ ਖੂਬਸੂਰਤੀ ਇਹੀ ਹੁੰਦੀ ਹੈ, ਹਰ ਕਿਸਮ ਦੇ ਰੰਗ ਜਿਹੜੇ ਨੇ ਉਹੀ ਚੰਗੇ ਲੱਗਦੇ ਨੇ ਕਿਸੇ ਫੁਲਵਾੜੀ ਦੇ ਵਿੱਚ। ਇਹੀ ਕਹਿਣਾ ਕਿ ਜੋ ਅਸੀਂ ਕਿਹਾ ਉਹੀ ਠੀਕ ਹੈ, ਇਹ ਠੀਕ ਨਹੀਂ ਹੁੰਦਾ। ਤਾਂ ਇਹ ਗੱਲ ਹੁਣ ਜਿਹੜਾ ਇਹ ਕਹਿੰਦੇ ਜੀ 124A ਦੇ ਤਹਿਤ ਇਹਨੂੰ ਸਜ਼ਾ ਦਿਓ, ਮਤਲਬ ਇਹ ਦੇਸ਼ ਧਰੋਹੀ ਹੈ। ਫਿਰ ਜਦੋਂ ਕੋਰਟ ਨੇ ਕਿਹਾ, ਨਾ ਸਿਰਫ ਕੋਰਟ ਨੇ ਕਿਹਾ, ਫਿਰ ਜਿਹੜੀਆਂ ਪਟੀਸ਼ਨਾਂ ਰੱਦ ਕੀਤੀਆਂ ਉਹਨਾਂ ਨੂੰ 50,000 ਰੁਪਏ ਜੁਰਮਾਨਾ ਵੀ ਕੀਤਾ ਹੈ। ਤਾਂ ਲੱਗਦਾ ਹੈ ਕਿ ਇਹ ਕੋਰਟ ਨੇ ਚੰਗਾ ਫੈਸਲਾ ਕੀਤਾ ਹੈ, ਨਹੀਂ ਤਾਂ ਫਿਰ ਕੋਰਟ ਤੇ ਵੀ ਬਹੁਤ ਸਾਰੀਆਂ ਉਂਗਲਾਂ ਉੱਠ ਰਹੀਆਂ ਸੀ। ਇੱਕ ਤਾਂ ਇਹ ਖਬਰ ਜਿਹਦਾ ਸਿੱਧੇ ਤੌਰ ਤੇ ਅਸਰ ਪੈਂਦਾ ਸੀ ਸਾਡੇ ਬੋਲਣ ਦੀ ਆਜ਼ਾਦੀ ਤੇ, ਉਹਦੀ ਗੱਲ ਕੀਤੀ। ਦੂਜੀ ਗੱਲ, ਬਹੁਤ ਵਾਰ ਮੈਂ ਲਿਖਿਆ, ਕਿਹਾ, ਬਹੁਤ ਆਰਟੀਕਲ ਨੇ, ਜਿੱਤ ਦਾ ਮੰਤਰ 'ਚ ਵੀ ਜਿਹੜੀ ਮੇਰੀ ਕਿਤਾਬ ਹੈ ਉਹਦੇ 'ਚ ਵੀ ਇਹ ਲਿਖਿਆ ਸੀ ਕਿ ਹਿੰਮਤ ਦੋ ਬੰਦਿਆਂ ਦੀ ਹੁੰਦੀ ਹੈ, ਜਿਹੜਾ ਬੰਦਾ ਮਾਫ ਕਰਦਾ ਕਿਸੇ ਨੂੰ ਤੇ ਦੂਜਾ ਬੰਦਾ ਜਿਹੜਾ ਮਾਫੀ ਮੰਗਦਾ ਹੈ। ਮਾਫੀ ਮੰਗਣਾ ਵੀ ਬਹੁਤ ਹਿੰਮਤ ਵਾਲਾ ਕੰਮ ਹੁੰਦਾ ਹੈ। ਨਹੀਂ ਤਾਂ ਅਕਸਰ ਹੁੰਦਾ ਇਹ ਹੈ ਕਿ ਅਸੀਂ ਇੱਕ ਗਲਤੀ ਕਰ ਲਈ, ਕਿਉਂਕਿ ਅਸੀਂ ਉਹ ਗਲਤੀ ਕਰ ਲਈ ਇਸ ਕਰਕੇ ਲਗਾਤਾਰ ਅਸੀਂ ਗਲਤੀ ਤੇ ਸਟੈਂਡ ਲੈ ਲੈਂਦੇ ਆ, ਪਹਿਰਾ ਦਿੰਦੇ ਆ। ਲੇਕਿਨ ਰਾਹੁਲ ਗਾਂਧੀ ਨੇ ਕਿਵੇਂ ਕੀਤਾ ਹੈ? ਆਪ ਦੀ ਸੋਚ ਹੈ ਜਾਂ ਉਹਦੇ ਐਡਵਾਈਜ਼ਰ ਦੀ ਸੋਚ ਹੈ, ਕੁਝ ਵੀ ਹੈ। ਕੱਲ ਕਾਂਗਰਸ ਦਾ ਇਹ ਨੇਤਾ ਜਿਹਦਾ ਵਿਰੋਧ ਹੋ ਰਿਹਾ ਹੈ G23 ਉਹਦੇ ਆਪਣੇ ਸੀਨੀਅਰ ਬੰਦਿਆਂ ਵੱਲੋਂ, ਲੇਕਿਨ ਕੱਲ ਉਹ ਬੰਦਾ ਜਦੋਂ ਬੋਲਿਆ, ਕਾਰਨੇਲ ਯੂਨੀਵਰਸਿਟੀ ਹੈ ਉਹਦੇ ਵਿੱਚ ਇੱਕ ਵਰਚੁਅਲ ਪ੍ਰੋਗਰਾਮ ਸੀ, ਉੱਥੇ ਇੱਕ ਪ੍ਰੋਫੈਸਰ ਕੌਸ਼ਿਕ ਬਾਸੂ ਨੇ ਉਹਦੇ ਨਾਲ ਗੱਲਬਾਤ ਕੀਤੀ ਰਾਹੁਲ ਗਾਂਧੀ ਨਾਲ,
उन्होंने कहा कि जिहड़ी एमरजेंसी है ना, मेरी दादी इंदिरा गांधी ने लाई सी, मैं मनदा कि मेरी दादी की गलती सी। एमरजेंसी नूं गलती कहना और ये माफी मंगना, ये अपने आप च ही बहुत बड़ी गल हुंदी है। गलती मनना ही बहुत बड़ी गल हुंदी है। पहला इस तरह ही पंजाब दे विच भी मैं सुनिया सी, जदों उन्हें सवाल किया गया सी सिखां दे मामले च, तो ये राहुल गांधी का यह कहना कि एमरजेंसी गलती है, पर जिहड़ा कुछ अगे कहा वो बहुत अहम है। वो कहते कि जिहड़ा देश है ना, उदों तो एमरजेंसी लगी सी, पर अजकल की है, अजकल तो देश दियां सारियां संस्थावां समेत कानूनी संस्थावां सरकार ने अपने कब्जे च कर लिया। सदन च बोलण की आग्या नहीं, ये गल बिल्कुल ठीक है। भावें हाजिर नहीं सी, लेकिन जिवें राज सभा च कानूनां दे बिलां बारे होया, एक एक मिनट मैनूं सुखदेव सिंह ढींडसा होरी दसदे सी, कहंदे मैनूं 1 मिनट दिता गया सी, तो हुण 1 मिनट च की गल हो सकदी है। सारे तो महात्मा गांधी नहीं हुंदे जिहड़े 1 मिनट च भी अपनी गल कह दिंदे ने। ਉਹ ਤੁਹਾਨੂੰ ਮੈਂ ਇੱਕ ਵਾਰੀ ਦੱਸਿਆ ਸੀ, ਜਦੋਂ ਮਹਾਤਮਾ ਗਾਂਧੀ ਨੂੰ ਪੁੱਛਿਆ ਗਿਆ ਇੰਗਲੈਂਡ ਦੇ ਰਾਜੇ ਵੱਲੋਂ ਕਿ ਤੁਹਾਨੂੰ 2 ਮਿੰਟ ਦਿੱਤੇ ਨੇ, ਉਹ ਕਹਿੰਦਾ ਕੋਈ ਗੱਲ ਨਹੀਂ। ਉਹ ਕਹਿੰਦਾ ਕਿਆ ਹਾਲ ਹੈ ਡਾਕਟਰ ਮਹਾਤਮਾ ਗਾਂਧੀ? ਉਹ ਕਹਿੰਦਾ ਮਿਸਟਰ ਗਾਂਧੀ ਹਾਊ ਆਰ ਯੂ? ਕਹਿੰਦਾ ਉਹਨਾਂ ਨੇ ਲਗੋਟੀ ਚੱਕ ਕੇ ਦਿਖਾਤਾ, ਕਹਿੰਦਾ ਇਸ ਤਰ੍ਹਾਂ ਦਾ ਸਾਰੇ ਦੇਸ਼ ਦਾ ਹਾਲ ਹੈ। ਮਤਲਬ ਕਿ ਤੁਹਾਡੇ ਰਾਜ 'ਚ ਇਹ ਕੁਛ ਹੈ, ਲੋਕ ਕਹਿ ਜਾਂਦੇ ਨੇ, ਲੇਕਿਨ ਬੋਲਣ ਦੀ ਆਗਿਆ ਉੱਥੇ ਵੀ ਨਹੀਂ ਸੀ, ਵੋਟ ਪਾਉਣ ਦੀ ਆਗਿਆ ਨਹੀਂ ਸੀ, ਜਿਵੇਂ ਰਾਜ ਸਭਾ 'ਚ ਹੋਇਆ ਸੀ। ਐਨੀਵੇ, ਮੈਂ ਜਿਹੜੀ ਗੱਲ ਕਰ ਰਿਹਾ ਸੀ, 2-3 ਮੁੱਦੇ ਜਿਹੜੇ ਇਸ ਗੱਲਬਾਤ 'ਚ ਉਠਾਏ ਉਹ ਬੜੇ ਅਹਿਮ ਨੇ। ਉਹ ਕਹਿੰਦੇ ਅਦਾਲਤਾਂ ਤੋਂ ਸਾਨੂੰ ਆਸ ਨਹੀਂ, ਸਦਨ 'ਚ ਸਾਨੂੰ ਬੋਲਣ ਦੀ ਆਗਿਆ ਨਹੀਂ। ਮਤਲਬ 2 ਲੋਕਤੰਤਰ ਦੇ ਪਹੀਏ ਹੋ ਗਏ, ਇੱਕ ਜਿਹੜਾ ਵਿਧਾਨ ਪਾਲਿਕਾ, ਦੂਜਾ ਹੋ ਗਿਆ ਅਦਾਲਤ ਜਿਹੜੀ ਜੁਡੀਸ਼ਰੀ। ਫਿਰ ਉਹ ਜਿਹੜੀ ਅਗਲੀ ਗੱਲ ਕਹੀ, आरएसएस और भारतीय जनता पार्टी ने इन्ना बेहिसाब पैसा कमा लिया, ले लिया, सीधा अटैक ਜਿਹੜੇ ਅਡਾਨੀ ਅਬਾਨੀ ਦੇ ਨਾਲ ਨੇ, ਇਹ ਜਿਹੜੇ ਲੋਕ ਨੇ, ਇਹਨਾਂ ਨੇ ਇਸ ਤਰ੍ਹਾਂ ਦਾ ਹੁਣ ਮਾਹੌਲ ਬਣਾਤਾ ਕਿ ਕੋਈ ਵੀ ਕਾਰੋਬਾਰੀ, ਕੋਈ ਵੀ ਬੰਦਾ ਜਿਹੜਾ ਹੈ ਉਹ ਵਿਰੋਧੀ ਧਿਰ ਦੇ ਪੱਖ 'ਚ ਬੋਲ ਹੀ ਨਹੀਂ ਸਕਦਾ, ਖੜ ਨਹੀਂ ਸਕਦਾ। ਇਹ ਸੋਚਿਆ ਜਿਹੜਾ ਸਮਝਿਆ ਹਮਲਾ ਕਰ ਰਹੀ ਹੈ। मतलब राहुल गांधी ने कल अपनी गलबात च बहुत अहम मुद्दे उठाए। गल तो ठीक है, हम तुसी अनुराग कश्यप और तापसी पन्नू जब जेड़ा भी बोलता है, वो तो कदे इनकम टैक्स का छापा, कदे कोई ईडी का छापा। ये वो कह रहे हैं कि जेड़ा किसानों के हक च बोलता है उन्होंने भी घेर लेंदे ने, जेड़ा विरोधी धिर के हक च कोई भी खड़दा है। आ हुण जो हरियाणा च सी एमएलए बलराज टुंडू नाल देखिया, उत्थे भी तुसीं देख लो, हर एक थां ते, उत्थे संजय राउत दे महाराष्ट्र च। सो इस पासे जिहड़ा राहुल गांधी दा ध्यान दिवाउणा, माफी मंगना जां एमरजेंसी दी गलती मंगना, विदन पार्टी तो चर्चा छिड़ी है, लेकिन यह अहम मुद्दा है। ते मैं इस गल करके एप्रीशिएट करदा कि अपनी गलती नूं मनना भी बहुत वड्डी हिम्मत का काम होंदा। यही गल राहुल गांधी ने कही है। अगे आपां खबर लैनी है जिहड़ी कल होया बजट सैशन के दौरान, दूजा दिन सी, बहुत कुछ होया। हुण जिहड़ा एक गल का फैसला यह हो गया, फिर बदल लिया फैसला सरकार ने, 5 मार्च की बजाय 8 मार्च नूं बजट पेश होना। लेकिन जिहड़ा कुछ होया वो अहम होया। देखो, जिन्नी का अपोजिशन है, जिन्नी आम आदमी पार्टी और श्रोमणी अकाली दल, दोनों ने 2 मुद्दे बड़े अहम चुके। महंगी बिजली का मुद्दा ये आया हथ कल आम आदमी पार्टी ने, जिस तरीके नाल उन्होंने पैदल मार्च किया सदन के अंदर ते सदन के बाहर, जिवें मुद्दा उठाया, इसकी प्रशंसा करनी बनती है। दूजे पासे अकालियां ने जिवें मुलाजमां दे मुद्दे चुके, बहुत अहम है। जिवें मुलाजम कुट खा रहे ने, जिवें बेरोजगार कुट खा रहे ने, जिस तरीके नाल नहीं सुनिया जा रहा। वैसे सच्ची गल तो यह है, कैप्टन साहब की यह सरकार, जे किसान अंदोलन ना हुंदा तो बहुत बुरी तरीके नाल घेरी जानी सी इन्हां दिनां दे विच। जिवें उन्होंने वादे कीते सी ते वादे अद्धे अधूरे ही पूरे होए, जां जो कहा गया सी वो नहीं होया। लेकिन वो गल्लां हुण खत्म, इस करके हाल की घड़ी थल्ले दब गईयां, क्योंकि उदों वड्डा
ਮੁੱਦਾ ਸਾਡੇ ਸਾਹਮਣੇ ਆ ਗਿਆ। ਬਿਲਕੁਲ ਜਦੋਂ ਅਸੀਂ ਸਕੂਲਾਂ ਕਾਲਜਾਂ 'ਚ ਖਾਸ ਤੌਰ ਤੇ ਜੋ ਪੜ੍ਹਦੇ ਕੋਈ ਐਜੀਟੇਸ਼ਨ ਕਰਦੇ ਸੀ ਤੇ ਐਜੀਟੇਸ਼ਨ ਦੌਰਾਨ ਫਿਰ ਸਟੂਡੈਂਟ ਨੂੰ ਫੜ ਕੇ ਲੈ ਜਾਂਦੀ ਸੀ ਪੁਲਿਸ, ਮੁੱਦੇ ਇੱਕ ਸਾਈਡ ਤੇ ਰਹਿ ਜਾਂਦੇ ਸੀ, ਅਸੀਂ ਬੰਦੇ ਛੁਡਾਉਣ ਲਈ ਜਾਂ ਆਪਣੇ ਸਾਥੀਆਂ ਨੂੰ ਛੁਡਾਉਣ ਲਈ ਐਜੀਟੇਸ਼ਨ ਕਰਦੇ ਰਹਿੰਦੇ ਸੀ। ਬਿਲਕੁਲ ਇਸ ਤਰ੍ਹਾਂ ਹੀ ਹੋਇਆ। ਅਸਲੀ ਮੁੱਦੇ ਜਿਹੜੇ ਨੇ ਹਾਲ ਦੀ ਘੜੀ ਵੱਡੇ ਅੰਦੋਲਨ ਦੇ ਵਿੱਚ ਗਾਇਬ ਹੋ ਗਏ। ਲੇਕਿਨ ਕੱਲ ਆਪੋਜੀਸ਼ਨ ਪਾਰਟੀਜ਼ ਨੇ ਦੋਨਾਂ ਨੇ ਖਾਸ ਤੌਰ ਤੇ ਜਿਸ ਤਰ੍ਹਾਂ ਇਹ ਮੁੱਦੇ ਉਠਾਏ, ਇਹ ਆਪਣੇ ਆਪ 'ਚ ਅਹਿਮ ਹੈ। ਹੁਣ ਅਕਾਲੀ ਦਲ ਨੇ ਤਾਂ ਪੁਤਲਾ ਵੀ ਸਾੜਿਆ ਬਾਹਰ, ਔਰ ਜਿਹੜਾ ਇਹਨਾਂ ਨੇ ਬਿਜਲੀ ਦੇ ਮੁੱਦੇ ਨੂੰ ਲੈ ਕੇ, ਕਿਉਂਕਿ ਬਿਜਲੀ ਦਾ ਮੁੱਦਾ ਐਸਾ ਮੁੱਦਾ ਹੈ ਜਿਹੜਾ ਹਰ ਇੱਕ ਨਾਲ ਸੰਬੰਧਿਤ ਹੈ, ਔਰ ਇਹ ਮੁੱਦੇ ਤੇ ਭਾਵੇਂ ਰਾਜਕੁਮਾਰ ਵੇਰਕਾ ਨੇ ਸਪਸ਼ਟੀਕਰਨ ਦੇਣ ਦੀ ਕੋਸ਼ਿਸ਼ ਕੀਤੀ ਹੈ, ਲੇਕਿਨ ਆਮ ਆਦਮੀ ਪਾਰਟੀ ਕੋਲ ਕੇਜਰੀਵਾਲ ਸਰਕਾਰ ਦਾ ਇੱਕ ਮਾਡਲ ਹੈ। ਜਿਸ ਤਰ੍ਹਾਂ ਦਿੱਲੀ 'ਚ ਹੋਇਆ ਉਹ ਪੰਜਾਬ 'ਚ ਕਿਉਂ ਨਹੀਂ ਹੋ ਸਕਦਾ। ਸੋ ਅਕਾਲੀਆਂ ਨੇ ਵੀ ਪਹਿਲਾਂ ਵੀ ਵਾਅਦੇ ਕੀਤੇ ਨੇ, ਅਕਾਲੀਆਂ ਨੇ ਵੀ ਅਸੀਂ ਏਦਾਂ ਕਰ ਦਾਂਗੇ ਜਦੋਂ ਇਹਨਾਂ ਨੇ ਪਹਿਲੇ ਦਿਨ ਰੈਲੀ ਕੀਤੀ ਸੀ। ਚਲੋ ਐਨੀਵੇ ਅੱਗੇ ਵਧਦੇ ਆਪਾਂ, ਪੈਦਲ ਮਾਰਚ ਕਰਨਾ, ਬਾਹਰ ਵੀ ਜਿਹੜਾ ਮੀਡੀਆ 'ਚ ਆਉਣਾ, ਇਹੀ ਇੱਕ ਤਰੀਕਾ ਹੁੰਦਾ, ਉਹ ਹੋਇਆ। ਲੇਕਿਨ ਦੋ ਤਿੰਨ ਗੱਲਾਂ ਹੋਰ ਮੈਂ ਤੁਹਾਡੇ ਨਾਲ ਕਰਨੀਆਂ ਨੇ। ਦੋ ਇਸ਼ੂ ਹੋਰ ਵੱਡੇ ਉੱਠੇ। ਕਿਹੜਾ ਇਸ਼ੂ ਹੋਰ ਵੱਡਾ ਉੱਠਿਆ? ਉਹਦੇ 'ਚ ਇਹ ਵੱਡਾ ਪੀਕੇ ਦਾ ਇਸ਼ੂ ਉੱਠਿਆ। ਪੀਕੇ ਦੇ ਮਾਮਲੇ 'ਚ ਵਿਕਰਮ ਮਜੀਠੀਆ ਦੇ ਕੋਲ ਉਹੀ ਤਰਕ ਹੈ ਜਿਹੜਾ ਤਰਕ ਹੋਣਾ ਚਾਹੀਦਾ ਸੀ। ਕੀ ਤਰਕ ਹੈ? ਆਮ ਆਦਮੀ ਪਾਰਟੀ ਦੇ ਮੀਤ ਹੇਅਰ ਦੀ ਵੀ ਮੈਂ ਗੱਲ ਸੁਣ ਰਿਹਾ ਸੀ, ਉਹਨਾਂ ਕੋਲ ਵੀ ਦਲੀਲ ਠੀਕ ਹੈ। ਕੀ ਠੀਕ ਹੈ? ਕਿ ਕੋਈ ਬੁਲਾਓ, ਅਸੀਂ ਵੀ ਬੁਲਾਇਆ ਸੀ, ਕੋਈ ਬੁਲਾਓ ਇਹ ਰਣਨੀਤਿਕਾਰ ਨੂੰ। ਲੇਕਿਨ ਹੋਣਾ ਕੀ ਚਾਹੀਦਾ? ਪਾਰਟੀ ਪੈਸਾ ਦੇਵੇ, ਪਾਰਟੀ ਲਈ ਕੰਮ ਕਰਦਾ ਹੈ, ਸਰਕਾਰ ਦਾ ਪੈਸਾ, ਲੋਕਾਂ ਦਾ ਪੈਸਾ, ਟੈਕਸ ਪੇਅਰ ਦਾ ਪੈਸਾ, ਇਹ ਕਿਉਂ ਜਾਵੇ? ਇਹ ਜਿਹੜੇ ਦੋਨੇ ਧਿਰਾਂ ਨੇ ਇਹ ਮੁੱਦਾ ਉਠਾਇਆ, ਆਪਣੇ ਆਪ 'ਚ ਅਹਿਮ ਹੈ। ਤੇ ਫਿਰ ਉਸ ਤੋਂ ਬਾਅਦ ਮੁਖਤਾਰ ਅੰਸਾਰੀ ਦਾ ਮੁੱਦਾ ਵੀ ਆਉਂਦਾ ਹੈ, ਪਰ ਉਹਦਾ ਜ਼ਿਕਰ ਆਪਾਂ ਕਰਦੇ ਹਾਂ ਇਸ ਬ੍ਰੇਕ ਤੋਂ ਬਾਅਦ। ਕੀ ਕਿਹਾ ਵਿਕਰਮ ਮਜੀਠੀਆ ਨੇ ਤੇ ਕੀ ਉਹ ਮੁੱਦਾ ਹੈ। ਬ੍ਰੇਕ ਤੋਂ ਬਾਅਦ ਤੁਹਾਡਾ ਫੇਰ ਸਵਾਗਤ। ਦੇਖੋ, ਜਿਹੜਾ ਸੈਸ਼ਨ ਹੁੰਦਾ, ਭਾਵੇਂ ਹੁਣ ਬੈਠਕਾਂ ਘੱਟ ਹੋ ਰਹੀਆਂ ਨੇ ਸਿਟਿੰਗਸ, ਪਰ ਜਦੋਂ ਵੀ ਹੁੰਦੀਆਂ ਨੇ ਬਹੁਤ ਸਾਰੇ ਮੁੱਦੇ ਉਠਾਏ ਜਾਂਦੇ ਨੇ। ਕੱਲ ਉਠਾਏ ਗਏ। ਹੁਣ ਜਿਵੇਂ ਮੁਲਾਜ਼ਮਾਂ ਦਾ ਮੁੱਦਾ ਉਠਾਇਆ ਗਿਆ ਅਕਾਲੀ ਦਲ ਵੱਲੋਂ, ਉੱਥੇ ਉਹ ਬੜਾ ਅਹਿਮ ਸੀ। ਜਿਵੇਂ ਲੋਕ ਸੁਸਾਈਡ ਕਰਨ ਲੱਗੇ। ਕੱਲ ਇੱਕ ਮੈਂ ਲੀਡਰ ਦੇਖ ਰਿਹਾ ਸੀ ਜਿਹੜਾ ਕਹਿ ਰਿਹਾ ਸੀ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਤਾਂ ਹੁਣ ਆਤਮ ਹੱਤਿਆ ਵੀ ਹੋ ਰਹੀ ਹੈ, ਤਨਖਾਹਾਂ ਨਹੀਂ ਮਿਲ ਰਹੀਆਂ। ਸੋ ਮੁੱਦੇ ਜਿਹੜੇ ਬੇਰੁਜ਼ਗਾਰਾਂ ਦੇ ਤੇ ਮੁਲਾਜ਼ਮਾਂ ਦੇ, ਜਾਂ ਜਿਹੜੇ ਕੁੱਟ ਖਾ ਰਹੇ ਨੇ, ਕੱਲ ਵੀ ਵੱਡਾ ਕੱਟ ਸੀ ਦਿੱਲੀ ਮੁਲਾਜ਼ਮਾਂ ਦਾ ਮੋਤੀ ਪੈਲੇਸ ਦੇ ਸਾਹਮਣੇ। ਇਹ ਹਰ ਰੋਜ਼ ਹੀ ਚੱਲਦਾ ਹੈ। ਉੱਥੇ ਬੇਰੁਜ਼ਗਾਰ ਟੀਚਰ ਪਿਛਲੇ 4 ਸਾਲਾਂ ਤੋਂ ਬੈਠੇ ਨੇ, ਜਾਂ ਜਦੋਂ ਦਾ ਵਿਜੇਂਦਰ ਸਿੰਗਲਾ ਕੋਲ ਐਜੂਕੇਸ਼ਨ ਮਹਿਕਮਾ ਆਇਆ ਉੱਥੇ ਬੈਠੇ ਨੇ। ਤੇ ਕੱਲ ਮੈਨੂੰ ਆਮ ਆਦਮੀ ਪਾਰਟੀ ਦੇ ਲੀਡਰ, ਆਪੋਜੀਸ਼ਨ ਦੇ ਲੀਡਰ ਹਰਪਾਲ ਚੀਮਾ ਦੀ ਇਹ ਗੱਲ ਸਹੀ ਲੱਗੀ ਕਿ ਤੁਸੀਂ ਇਹ ਤਾਂ ਦੱਸੋ ਕੀ ਕੀਤਾ ਤੁਸੀਂ। ਨਾ ਕੋਈ ਨਵੀਂ ਸਨਅਤ ਆਈ, ਨਾ ਕੋਈ ਰੁਜ਼ਗਾਰ ਦਿੱਤਾ, ਇਹ ਤਾਂ ਦੱਸੋ ਸਾਨੂੰ। ਇਹਦਾ ਮਤਲਬ ਕਿਤੇ ਨਾ ਕਿਤੇ ਵੈਸੇ ਇਹ ਗੱਲ ਲੀਡਰਾਂ ਨੂੰ ਜ਼ਰੂਰ ਸਮਝ ਲੈਣੀ ਚਾਹੀਦੀ ਹੈ। ਦੇਖੋ, ਕੁਛ ਮਹੀਨੇ ਲਈ ਆਇਆ ਸੀ ਲਛਮਣ ਸਿੰਘ ਗਿੱਲ। ਹਰ ਰੋਜ਼ ਆਏ ਸਾਲ 21 ਫਰਵਰੀ ਨੂੰ ਮਾਤ ਭਾਸ਼ਾ ਦਿਵਸ ਜਦੋਂ ਮਨਾਇਆ ਜਾਂਦਾ ਹੈ, ਲਛਮਣ ਸਿੰਘ ਗਿੱਲ ਨੂੰ ਯਾਦ ਕੀਤਾ ਜਾਂਦਾ ਹੈ। ਉਹਨੇ ਪੰਜਾਬੀ ਨੂੰ ਜਿਹੜਾ ਹੈ ਪਟਰਾਣੀ ਬਣਾਉਣ ਦਾ, ਆਪਣੀ ਮਾਂ ਬੋਲੀ ਦੇ ਲਈ ਕੰਮ ਕੀਤਾ। ਫਿਰ 5 ਵਾਰੀਆਂ ਨੇ, ਜੇ ਪੁੱਛਿਆ ਜਾਵੇ ਅਕਾਲੀ ਦਲ ਨੂੰ ਕਿ 5 ਵਾਰੀਆਂ ਦੀਆਂ ਕੋਈ 5 ਉਪਲਬਧੀਆਂ ਦੱਸੋ, ਮੇਰਾ ਖਿਆਲ ਹੈ ਬਹੁਤ ਮੁਸ਼ਕਲ ਹੋਊਗਾ। ਹਾਂ, ਇੰਨਾ ਕਹਿ ਦੇਣਗੇ ਵੱਡੇ ਬਾਦਲ ਸਾਹਿਬ ਨੇ ਜੀ ਉਹ ਵਿਰਾਸਤ-ਏ ਖਾਲਸਾ ਬਣਾਈ, ਕੋਈ ਨੀਤੀ ਦੇ ਕੰਮ ਕੀਤੇ ਨੇ, ਉਹ ਲੋਕ ਉਹ ਯਾਦ ਰੱਖਦੇ ਨੇ। ਜਿਵੇਂ ਪਿਛਲੀ ਵਾਰੀ 'ਚ ਕੈਪਟਨ ਅਮਰਿੰਦਰ ਸਿੰਘ ਨੇ ਪਾਣੀਆਂ ਦੇ ਮੁੱਦੇ ਤੇ ਜੋ ਕੀਤਾ, ਲੋਕ ਯਾਦ ਰੱਖਦੇ ਨੇ। ਲੇਕਿਨ ਇਸ 4 ਸਾਲਾਂ 'ਚ ਕੀ ਕੀਤਾ, ਲੋਕ ਇਹ ਵੀ ਤਾਂ ਸਵਾਲ ਕਰਦੇ ਨੇ, ਔਰ ਕਰਨਾ ਬਣਦਾ ਹੈ, ਔਰ ਸਵਾਲ ਕਰਿਆ ਕਰਨਗੇ। ਇਹ ਸਿਆਸਤ ਬਦਲੂਗੀ ਹੁਣ, ਔਰ ਬਦਲਣੀ ਚਾਹੀਦੀ ਹੈ। ਐਨੀਵੇ, ਫਿਰ ਕੀ ਹੋਇਆ? ਉਸ ਤੋਂ ਬਾਅਦ 2 ਮੁੱਦੇ ਜਿਹੜੇ ਮੈਂ ਮੁਖਤਿਆਰ ਅੰਸਾਰੀ ਦਾ ਮੁੱਦਾ, ਇਹ ਆਪਣੇ ਆਪ 'ਚ ਵੱਡਾ ਮੁੱਦਾ ਹੈ। ਤੁਸੀਂ ਮੁਖਤਿਆਰ ਅੰਸਾਰੀ ਦਾ ਨਾਂ ਜੇ ਦੇਖੋ
मैं हैरान है कि साडे इस सिस्टम ਦੇ ਵਿੱਚ ਬਾਹੂਬਲੀ ਜਿਨ੍ਹਾਂ ਨੂੰ ਕਹਿੰਦੇ ਨੇ, ਬਾਹੂਬਲੀ ਕਹਿ ਲੋ, ਗੈਂਗਸਟਰ ਕਹਿ ਲੋ, ਗੁੰਡੇ ਕਹਿ ਲੋ, ਜੋ ਮਰਜ਼ੀ ਨਾਂ ਦੇ ਲੋ, ਹੁੰਦਾ ਉਹੀ ਕੁਝ ਹੈ। ਜਿਹੜੇ ਬੰਦੇ ਪਾਵਰ ਦੇ ਆਪਦੇ ਗੁੰਡਾਗਰਦੀ ਦੇ ਜ਼ੋਰ ਨਾਲ, ਜੇ ਹੋਰ ਸਖਤ ਲਫ਼ਜ਼ ਬੋਲਣਾ, ਬਦਮਾਸ਼ੀ ਦੇ ਜ਼ੋਰ ਨਾਲ ਕੰਮ ਕਰਦੇ ਨੇ, ਫਰੋਤੀਆਂ ਲੈਂਦੇ ਨੇ, ਮਾਰਦੇ ਨੇ, ਕਤਲ ਕਰਦੇ ਨੇ, ਉਹ ਫਿਰ ਸਿਆਸਤ 'ਚ ਵੀ ਆ ਜਾਂਦੇ ਨੇ। ਕਿਉਂਕਿ ਸਿਆਸਤਦਾਨਾਂ ਨੂੰ, ਲੱਖਾ ਸਿਧਾਣਾ ਦੀ ਇੱਕ ਇੰਟਰਵਿਊ ਹੈ, ਕਹਿੰਦੇ ਸਾਨੂੰ ਤਾਂ ਲੈ ਕੇ ਸਿਆਸਤਦਾਨ ਆਏ ਨੇ। ਉਹਨੇ ਸਿਆਸਤਦਾਨ ਦਾ ਨਾਂ ਲਿਆ ਕਿ ਸਾਥੋਂ ਕਬਜ਼ੇ ਕਰਾਉਂਦੇ, ਸਾਥੋਂ ਬੰਦੇ ਮਰਵਾਉਂਦਾ ਸੀ। ਜੋ ਇਸ ਤਰ੍ਹਾਂ ਦਾ ਕੰਮ ਪੰਜਾਬ 'ਚ ਵੀ ਹੋਣ ਲੱਗ ਗਿਆ, ਪਹਿਲਾਂ ਯੂਪੀ 'ਚ ਹੁੰਦਾ ਸੀ। ਇੱਕ ਇੰਟਰਵਿਊ ਸੀ ਸ਼ੁਰੂ 'ਚ ਕਿ ਜਿਹੜੇ ਬੂਥ ਕੈਪਟਨ ਕਰਦੇ ਨੇ, ਤੇ ਉਹ ਸ਼ੁਰੂ ਤਾਂ ਜਿਹੜੇ ਪੋਲੀਟੀਕਲ ਲੀਡਰ ਉਹਨਾਂ ਨੂੰ ਰੱਖਦੇ ਸੀ, ਤੇ ਫਿਰ ਉਹ ਆਪ ਜਿਹੜੇ ਹੈ ਸਿਆਸਤ 'ਚ ਆ ਗਏ। ਇਹ ਗੱਲ ਮੈਨੂੰ HK ਦੂਆ ਜਿਹੜੇ ਐਡੀਟਰ ਹੁੰਦੇ ਸੀ ਟ੍ਰਿਬਿਊਨ ਦੇ, ਉਹਨਾਂ ਨੇ ਵੀ ਦੱਸੀ ਸੀ। ਕਹਿੰਦੇ ਅੱਜ ਕੱਲ ਮੈਂ ਪੱਤਰਕਾਰੀ ਛੱਡ ਕੇ ਇਹੋ ਜਿਹੇ ਬੰਦਿਆਂ 'ਚ ਬੈਠਦਾ। ਡਾਕਟਰ ਵਾਲੀਆ, ਇੱਥੇ 100-150 ਤੋਂ ਵੱਧ ਕ੍ਰਿਮੀਨਲਸ ਨੇ ਜਿਨ੍ਹਾਂ ਨਾਲ ਮੈਂ ਬੈਠਾ। ਤਾਂ ਇਹ ਜਿਹੜਾ ਮੁਖਤਿਆਰ ਅੰਸਾਰੀ ਹੈ, ਹਰ ਪਾਰਟੀ ਦੇ ਵਿੱਚ, ਭਾਰਤੀ ਜਨਤਾ ਪਾਰਟੀ ਦਾ MLA, 2 ਵਾਰੀ ਇੰਡੀਪੈਂਡੈਂਟ MLA, ਸਮਾਜਵਾਦੀ ਦਾ MLA, ਇੱਕ ਹੋਰ ਪਾਰਟੀ ਆ ਉਹਦਾ ਵੀ ਇਹ, ਮਤਲਬ ਇਹ ਬੰਦਾ ਕਿਸੇ ਪਾਰਟੀ, ਕੋਈ ਆਈਡੀਓਲੋਜੀ ਨਹੀਂ, ਲੇਕਿਨ ਵੋਟਾਂ ਵੀ ਕਦੇ 40% ਵੋਟਾਂ ਲੈ ਜਾਂਦਾ ਸੀ। ਇਹੋ ਜਿਹਾ ਬੰਦਾ 40 ਕੇਸ ਚੱਲਦੇ ਨੇ। ਹੁਣ ਉਹ ਚਾਹੁੰਦੀ ਹੈ ਜੋਗੀ ਸਰਕਾਰ ਇਹਨੂੰ ਕਿ ਸਾਨੂੰ ਦਿਓ। ਇਹ ਰੋਪੜ ਜੇਲ੍ਹ 'ਚ ਹੈ। ਪੰਜਾਬ ਨੇ ਪ੍ਰੋਡਕਸ਼ਨ ਬ੍ਰਾਂਡ ਤੇ ਲਿਆਂਦਾ ਸੀ, ਇੱਥੇ 2 ਸਾਲ ਹੋ ਗਏ ਇੱਥੇ ਟਿਕਿਆ ਹੋਇਆ, ਔਰ ਜਾਣ ਨਹੀਂ ਦਿੰਦੀ ਸਰਕਾਰ। ਇਹ ਉਠਾਇਆ ਕਿ ਸਰਕਾਰ ਕਿਉਂ ਇਹਦੀ ਮਹਿਮਾਨ ਨਵਾਜ਼ੀ ਕਰਦੀ ਹੈ। ਸਰਕਾਰ ਨੇ ਕਿਹਾ ਕੋਰਟ, ਉਹ ਕੋਰਟ 'ਚ ਚਲੇ ਗਏ ਵੀ ਸਾਨੂੰ ਬੰਦਾ ਨਹੀਂ ਦਿੰਦੇ, ਤੇ ਕੋਰਟ ਕਹਿੰਦੀ ਕਿ ਉਹ ਡਿਪਰੈਸ਼ਨ 'ਚ ਹੈ। ਪੰਜਾਬ ਸਰਕਾਰ ਕਹਿੰਦੀ ਇਹ ਜਾ ਨਹੀਂ ਸਕਦੇ, ਇਹਦੀ ਸਿਹਤ ਠੀਕ ਨਹੀਂ। ਜਿਹੜੀ ਇਸ ਤਰ੍ਹਾਂ ਦੀ, ਉਹ ਕਹਿੰਦੇ ਸਿਹਤ ਤਾਂ ਅਸੀਂ ਵੀ ਇਲਾਜ ਕਰ ਸਕਦੇ ਹਾਂ, ਲੇਕਿਨ ਇਹ ਆਪਣੇ ਆਪ ਦੇ ਵਿੱਚ 8 ਜਨਵਰੀ ਜਿਹੜਾ 2019 ਨੂੰ ਆਇਆ ਸੀ, ਹੁਣ ਤੁਸੀਂ ਦੇਖ ਲਓ ਇੱਥੇ ਡਟਿਆ ਹੋਇਆ। ਇਹਨੇ ਨਾ ਅਸਲ ਇੱਕ ਜਿਹੜੇ ਕੇਸ 'ਚ ਆਇਆ ਸੀ, 10 ਕਰੋੜ ਦੀ ਫਰੋਤੀ ਮੰਗੀ ਸੀ ਪੰਜਾਬ ਦੇ ਇੱਕ ਕਾਰੋਬਾਰੀ ਤੋਂ, ਜਿਸ ਕੇਸ 'ਚ ਫੜਿਆ ਗਿਆ ਸੀ। ਚਲੋ ਐਨੀਵੇ, ਲੇਕਿਨ ਇਹ ਮੁੱਦਾ ਕੱਲ ਉੱਠਿਆ। ਮੁੱਦਾ ਤਾਂ ਕੱਲ ਅੰਦਰ ਵੀ ਉੱਠਿਆ, ਬਾਹਰ ਵੀ ਉੱਠਿਆ, PK ਦਾ। ਉਹੀ ਗੱਲ ਜਿਹੜੀ ਪ੍ਰਸ਼ਾਂਤ ਕਿਸ਼ੋਰ ਦੇ ਮਾਮਲੇ ਦੇ ਵਿੱਚ ਦੋਨੇ ਭੈਣ ਭਰਾਵਾਂ ਨੇ ਬਹੁਤ ਤਿੱਖੇ ਸ਼ਬਦਾਂ 'ਚ, ਹਰਸਿਮਰਤ ਕੌਰ ਨੇ ਬਾਹਰ ਔਰ ਵਿਕਰਮ ਮਜੀਠੀਆ ਨੇ ਸਦਨ 'ਚ, ਕਿ ਇਹ ਪ੍ਰਸ਼ਾਂਤ ਕਿਸ਼ੋਰ ਚੀਜ਼ ਕੀ ਹੈ। ਤੁਸੀਂ ਜੋ ਕਰਨਾ ਕਰੀ ਚੱਲੋ, ਲੇਕਿਨ ਲੋਕਾਂ ਦਾ ਪੈਸਾ ਕਿਉਂ ਖਰਾਬ ਕਰ ਦਿਓ। ਇਹੀ ਗੱਲ ਕਾਂਗਰਸ ਦੇ ਜਿਹੜੇ ਖਾਤੇ 'ਚੋਂ ਪੈਸਾ ਲੈ ਕੇ ਆਉਣਾ ਚਾਹੀਦਾ ਸੀ, ਨੀਥੀਅਰ ਯਾਨੀ ਆਮ ਆਦਮੀ ਪਾਰਟੀ ਨੇ ਕਹੀ। ਇਹਦਾ ਕੋਈ ਜਵਾਬ ਨਹੀਂ ਕਿਸੇ ਕੋਲ ਵੀ। ਕੈਬਨਿਟ ਮਿਨਿਸਟਰ ਬਣਾ ਕੇ ਪੈਸਾ ਤਾਂ ਲੋਕਾਂ ਦਾ ਜਾ ਰਿਹਾ ਹੈ ਨਾ, ਪਾਰਟੀ ਦਾ ਕੰਮ ਕਰਨਾ। ਤਾਂ ਪਾਰਟੀ ਦਾ ਜੇ ਕੰਮ ਕਰਨਾ, ਪਾਰਟੀ ਲਿਆਵੇ ਉਹਨੂੰ। ਅੱਗੇ ਵੀ ਸਾਰੀਆਂ ਪਾਰਟੀਆਂ ਨੇ, ਭਾਰਤੀ ਜਨਤਾ ਪਾਰਟੀ ਨੇ ਉਹਨੂੰ ਅੰਗੇਜ ਕੀਤਾ, ਆਮ ਆਦਮੀ ਪਾਰਟੀ ਨੇ ਅੰਗੇਜ ਕੀਤਾ, ਸਮਾਜਵਾਦੀ ਨੇ ਕੀਤਾ, ਲੇਕਿਨ ਸਰਕਾਰ ਦੇ ਖਜ਼ਾਨੇ 'ਚੋਂ ਜਦੋਂ ਪੈਸਾ ਜਾਂਦਾ ਹੈ, ਇਹ ਲੋਕਾਂ ਦਾ ਪੈਸਾ ਜਾਂਦਾ ਹੈ, ਇਹ ਖਿਆਲ ਰੱਖਣ ਦੀ ਲੋੜ ਹੈ। ਤੇ ਇਹ ਤਾਂ ਹੋ ਗਿਆ ਨਾ ਜਿਹੜਾ ਇਹਨਾਂ ਨੇ ਕਿਹਾ। ਲੇਕਿਨ ਮੈਂ ਹਰਸਿਮਰਤ ਕੌਰ ਦੀ ਕੱਲ ਟਿੱਪਣੀ ਦੇਖ ਲਿਆ ਸੀ, ਉਹ ਵੀ ਬੜੀ ਅਹਿਮ ਹੈ। ਉਹ ਕਹਿੰਦੇ ਵੀ ਇਹਨੇ ਜਿਹੜੇ ਵਾਅਦੇ ਕਰਾਏ ਸੀ, ਉਹ ਪੁੱਛਦੇ ਕਿਉਂ ਨਹੀਂ ਤੁਸੀਂ। ਲੋਕ ਪੁੱਛਦੇ ਨੇ ਵੀ ਭਾਜੀ ਕਿਹੜੇ ਵਾਅਦੇ ਕਹਿੰਦੇ ਸੀ। ਕਹਿੰਦੇ ਘਰ ਰੁਜ਼ਗਾਰ। ਠੀਕ ਹੈ, ਘਰ ਰੁਜ਼ਗਾਰ ਦਾ ਵਾਅਦਾ ਇਹ ਨਹੀਂ ਕਰਵਾਇਆ ਸੀ, ਇਹ 'ਚ ਕੋਈ ਦੋ। ਤੇ ਜਿਹੜੀ ਗੱਲ ਉਹਨਾਂ ਨੇ ਇਹ ਕਹੀ ਨਾ ਕਿ ਇਹਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਖੇਡਣ ਦੇ ਲਈ ਉਕਸਾਇਆ ਜਾਂ ਕਿਹਾ ਕੈਪਟਨ ਸਾਹਿਬ ਨੂੰ। ਕੈਪਟਨ ਸਾਹਿਬ ਨੇ ਉਸੇ ਤਰੀਕੇ ਨਾਲ ਸਹੁੰ ਖਾਧੀ, ਉਸੇ ਤਰੀਕੇ ਨਾਲ ਜਿਵੇਂ ਨੇ ਕਿਹਾ, 1 ਨਹੀਂ 2 ਨਹੀਂ, ਬਹੁਤ ਸਾਰੇ ਵਾਅਦੇ ਕੀਤੇ, ਉਹ ਕਿੱਥੇ ਨੇ, ਪੂਰੇ ਕਿਉਂ ਨਹੀਂ ਹੋਏ। ਪੁੱਛੋ ਉਹਨਾਂ ਨੂੰ, ਤੇ ਇਹਨੂੰ ਵੀ ਪੁੱਛੋ ਹੁਣ ਇਹਦੇ ਕੋਲ ਕੀ ਜਵਾਬ ਹੈ। ਦੁਬਾਰਾ ਝੂਠੇ ਵਾਅਦੇ ਕਰਨ ਆ ਗਿਆ। ਦੇਖੋ ਇਹ ਗੱਲ ਤਾਂ ਹੁਣ ਲਗਾਤਾਰ ਹੀ ਚੱਲੂਗੀ, ਇਹ ਕੋਈ ਨਵੀਂ ਗੱਲ ਨਹੀਂ ਕਿ ਇਹ ਆਪਣੇ ਆਪ ਦੇ ਵਿੱਚ ਇਹ ਗੱਲ ਖਤਮ ਹੋ ਜੂਗੀ। ਇਲੈਕਸ਼ਨ ਤੱਕ ਚੱਲੂ, ਬੇਅਦਬੀ ਦੇ ਮਾਮਲੇ ਤੱਕ ਚੱਲੂ, ਔਰ ਅਕਾਲੀ ਇਹਨੂੰ ਪ੍ਰੋਜੈਕਟ ਕਰਨਗੇ ਕਿ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਝੂਠੇ ਵਾਅਦੇ ਨਾ ਪੂਰੇ ਕਰਨਾ ਵੀ ਬੇਅਦਬੀ ਹੈ। ਜਦੋਂ ਦੂਜਾ ਕੇਸ ਬਹਿਬਲ ਕਲਾਂ ਦਾ ਬੇਅਦਬੀ ਦਾ ਲੈ ਕੇ ਆਉਣਗੇ। ਇੱਕ ਕੇਸ ਦੀ ਹੋਰ ਗੱਲ ਕਰਨੀ ਬਣਦੀ ਹੈ ਤੁਹਾਡੇ ਨਾਲ, ਔਰ ਮੈਨੂੰ ਬੜਾ ਦੁੱਖ ਹੈ। ਮੈਂ ਪੁੱਤਰ ਮੋਹ ਦੀਆਂ ਬਹੁਤ ਸਾਰੀਆਂ ਗੱਲਾਂ ਕਰਦਾ। ਮੈਨੂੰ ਐਂ ਲੱਗਦਾ ਹੈ ਕਿ ਪੁੱਤਰ ਮੋਹ, ਮੈਂ ਇਹ ਵੀ ਕਿਹਾ ਸੀ, ਇਕੱਲੇ ਸਾਡੇ ਮਾਮਾ 'ਚ ਨਹੀਂ, ਇਟਲੀ ਦੀ ਮਾਂ 'ਚ ਵੀ ਉਵੇਂ ਪੁੱਤਰ ਮੋਹ ਹੈ। ਇਹ ਸਾਰੀਆਂ ਗੱਲਾਂ ਬਹੁਤ ਵਾਰ ਬੋਲਦੇ ਆ, ਕਰਦੇ ਆ, ਲੇਕਿਨ ਮੈਨੂੰ ਪੁੱਤਰਾਂ ਲਈ ਮਾਵਾਂ ਮਰਦੀਆਂ ਤਾਂ ਸੁਣੀਆਂ ਸੀ, ਪੁੱਤਰਾਂ ਨੂੰ ਮਾਰਦੀਆਂ ਮਾਵਾਂ ਨਹੀਂ ਮੈਂ ਸੁਣੀਆਂ ਸੀ। ਇਹ ਕੇਸ ਜਦੋਂ ਹੁਣ
ਪਟਿਆਲੇ ਦੇ ਲਾਗੇ ਖੇੜੀ ਗੰਡਿਆਂ ਦਾ ਕੇਸ ਹੈ। ਪਟਿਆਲਾ ਤੇ ਰਾਜਪੁਰਾ ਦੇ ਦਰਮਿਆਨ ਉਹ ਜਿਹੜੇ ਪਿੰਡ ਦੇ ਵਿੱਚ ਦੋ ਮਾਸੂਮ, ਇੱਕ 10-11 ਸਾਲ ਦਾ ਬੱਚਾ, ਇੱਕ 8-9 ਸਾਲ, ਇਹ ਬੱਚੇ ਦੋਨਾਂ ਨੂੰ ਜਿਹੜਾ ਨਹਿਰ 'ਚ ਸੁੱਟਿਆ ਗਿਆ। ਲੋਕਾਂ ਨੇ ਕਿਹਾ ਜੀ ਲਾਅ ਐਂਡ ਆਰਡਰ ਕਿੱਥੇ ਹੈ। ਇਹ ਵੀ ਮੈਂ ਲੋਕਾਂ ਨੂੰ ਕਹਿਣਾ, ਪਹਿਲਾਂ ਦੇਖ ਲਿਆ ਕਰੋ ਵੀ ਚੱਲ ਕੀ ਰਿਹਾ। ਕੱਲੇ ਪੁਲਿਸ ਤੇ ਆਪਾਂ ਸੜਕਾਂ ਘੇਰੀਏ, ਮੇਨ ਸੜਕ ਤੇ ਬੈਠ ਜਾਂਦੇ ਸੀ ਲੋਕ, ਲੇਕਿਨ ਉਦੋਂ ਬਾਅਦ ਕੀ ਹੋਇਆ? ਚਲੋ ਡੈਡ ਬੋਡੀਜ਼ ਮਿਲ ਗਈਆਂ ਸੀ ਬੱਚਿਆਂ ਦੀਆਂ, ਕੇਸ ਤੇ ਕੰਮ ਹੁੰਦਾ ਰਿਹਾ। ਹੁਣ ਕੇਸ ਸਪਸ਼ਟ ਹੋਇਆ, ਉਹਦੀ ਮਾਂ ਨੇ ਮਰਵਾਇਆ ਸੀ। ਜਿਹੜੀ ਮਾਂ ਮਨਜੀਤ ਕੌਰ ਨੇ ਆਪਣੇ ਦੋਨੇ ਬੱਚਿਆਂ ਨੂੰ ਕੀ ਤੋਂ ਮਰਵਾਇਆ? ਆਪਣੇ ਪਤੀ ਦੀ ਮਾਸੀ ਦੇ ਮੁੰਡੇ ਬਲਜੀਤ ਸਿੰਘ ਤੋਂ। ਕਿਉਂ? ਇਹ ਜਿਹੜਾ ਬਲਜੀਤ ਸਿੰਘ ਸੀ, ਇਹਦੇ ਉਹਦੇ ਨਾਲ ਸੰਬੰਧ ਹੋ ਗਏ ਪ੍ਰੇਮ ਦੇ, ਔਰ ਉਹ ਬੱਚੇ ਹੁਣ ਇੰਨੇ ਕੁ ਸਿਆਣੇ ਸੀ, ਦੱਸਣ ਜੋਗਾ ਸੀ ਵੱਡਾ ਬੱਚਾ ਵੀ ਪਿੱਛੇ ਕੌਣ ਘਰ ਆਉਂਦਾ। ਇਹ ਇੱਕ ਤਾਂ ਵੱਡਾ ਡਰ ਸੀ। ਉਹਨੇ ਕਿਹਾ ਵੀ ਜਦੋਂ ਉਹਨੂੰ ਪਤਾ ਲੱਗਿਆ ਨਾ ਪਿਓ ਨੂੰ, ਬੱਚਿਆਂ ਦੇ ਨੂੰ, ਕਿ ਇਹ ਘਰ ਆਉਂਦਾ ਤੇ ਉਹਦੇ ਗੱਲ ਪੈ ਗਏ, ਉਹਦੀ ਸ਼ਿਕਾਇਤ ਕਰਤੀ ਥਾਣੇ 'ਚ। ਤੇ ਫਿਰ ਇੱਕ ਦਿਨ ਐਸਾ ਹੋਇਆ ਕਿ ਦੋਨਾਂ ਨੇ ਸਕੀਮ ਬਣਾ ਕੇ ਕਹਿੰਦੀ ਜਾਓ ਤੁਹਾਡੇ ਜਿਹੜਾ ਚਾਚਾ ਬਾਹਰ ਅੜੀਕਦਾ, ਉਹ ਚਾਚੇ ਕੋਲ ਗਏ, ਉਹਨੇ ਆਪਦੇ ਐਕਟਿਵਾ ਤੇ ਬਿਠਾਇਆ ਤੇ ਉਹਨਾਂ ਨੂੰ ਨਹਿਰ 'ਚ ਸੁੱਟਿਆ ਹੋਇਆ। ਇਸ ਤਰ੍ਹਾਂ ਬਹੁਤ ਘੱਟ ਹੁੰਦਾ, ਬੜੇ ਦੁੱਖ ਦੀ ਗੱਲ ਹੈ। ਕੌਣ ਕੀ ਤੇ ਵਿਸ਼ਵਾਸ ਕਰੇ? ਕਿਹੜੀ ਗੱਲ, ਕਿਹੜੀ ਭਾਵਨਾ ਇੱਥੇ? ਪਤੀ ਨਾਲ ਵਫਾਦਾਰੀ, ਬੱਚਿਆਂ ਨਾਲ ਪਿਆਰ, ਜਾਂ ਫਿਰ ਇਸ ਤਰ੍ਹਾਂ ਦੇ ਕ੍ਰਾਈਮ ਜਾਂ ਕ੍ਰਿਮੀਨਲ ਮਾਈਂਡ ਨਾਲ ਪਿਆਰ? ਬਹੁਤ ਸਾਰੀਆਂ ਗੱਲਾਂ ਦੇ ਸਵਾਲ ਸਾਡੇ ਜਿਹੜਾ ਹੈ ਦੇਣੇ ਬਣਦੇ ਨੇ ਸਾਡੇ ਸਮਾਜ ਨੂੰ ਇਸ ਤਰ੍ਹਾਂ ਦੀ ਜਦੋਂ ਖਬਰ ਆਉਂਦੀ ਹੈ। ਇੱਕ ਖਬਰ ਪੰਜਾਬੀਆਂ ਲਈ ਕਾਫੀ ਇੰਪੋਰਟੈਂਟ ਹੈ। ਕਿਹੜੀ ਆ? ਹਾਈ ਕੋਰਟ ਨੇ ਇੱਕ ਹੋਰ ਫੈਸਲਾ ਕੀਤਾ ਔਰ ਇਹ ਫੈਸਲਾ ਬਹੁਤ ਅਸਰ ਪਾਉਂਦਾ ਹੈ। ਕੀ ਹੈ? ਆਮ ਤੌਰ ਤੇ ਘਰਾਂ ਦੇ ਉੱਤੇ ਮੋਬਾਈਲ ਟਾਵਰ ਲੱਗੇ, ਤੁਸੀਂ ਦੇਖੇ ਹੋਣਗੇ। ਤੋਂ ਹੁਣ ਹਾਈ ਕੋਰਟ ਕਹਿੰਦੀ ਸੂਬੇ ਨੂੰ ਕਿ ਤੁਸੀਂ ਇਹ ਪ੍ਰਵਾਨਗੀ ਨਾ ਦਿਓ, ਘਰਾਂ ਤੇ, ਰਿਹਾਇਸ਼ੀ ਘਰਾਂ ਤੇ ਮੋਬਾਈਲ ਟਾਵਰ ਨਾ ਲਾਉਣ ਦੀ ਆਗਿਆ ਦਿਓ। ਗੱਲ ਤਾਂ ਬਿਲਕੁਲ ਠੀਕ ਕੀਤੀ ਹੈ। ਗੱਲ ਇੱਕ ਹੋਰ ਵੀ ਖਬਰ ਲੈ ਲਈਏ, ਉਹ ਇਹ ਹੈ ਕਿ ਜੀਂਦ ਦੇ ਕੋਲ ਦੋ ਪਿੰਡ ਨੇ, ਪੀਲੂ ਖੇੜਾ, ਸੁਬਾਹਾ। ਇਹ 'ਚ ਇੱਕ ਐਮਐਲਏ ਬੁਲਾ ਲਿਆ। ਇਹਨਾਂ ਨੇ ਕਿਹਾ ਕੋਈ ਭਾਰਤੀ ਜਨਤਾ ਪਾਰਟੀ ਦਾ ਔਰ ਕੋਈ ਜੇਜੇਪੀ ਦਾ ਕੋਈ ਵੀ ਲੀਡਰ ਅਸੀਂ ਪਿੰਡ 'ਚ ਨਹੀਂ ਵੜਨ ਦੇਣਾ, ਪਰ ਉਹਦੇ ਪਿੰਡ 'ਚ ਇੱਕ ਗਰੁੱਪ ਨੇ ਬੁਲਾ ਲਿਆ। ਉਹਦੇ ਕਰਕੇ ਹੋਈ ਲੜਾਈ। ਬੁਲਾਇਆ 27 ਨੂੰ ਸੀ, ਪਰ ਲੜਾਈ ਚੱਲਦੀ ਰਹੀ ਤੇ ਚਲਾਈ। ਕੱਲ ਫਿਰ ਗੋਲੀ ਚੱਲ ਗਈ ਤੇ ਗੋਲੀ 'ਚ 7 ਬੰਦੇ ਜ਼ਖਮੀ ਹੋ ਗਏ। ਇਹ ਅਸਰ ਪੈਣਾ ਹੋ ਗਿਆ ਕਿਸਾਨ ਅੰਦੋਲਨ ਦੇ ਵਿੱਚ। ਛੋਟੀ ਛੋਟੀ ਗੱਲ ਇਹ ਲੀਡਰਾਂ ਨੂੰ, ਖਾਸ ਤੌਰ ਤੇ ਹਰਿਆਣਾ ਦੇ ਉਹ ਲੀਡਰਾਂ ਨੂੰ ਸਮਝਣ ਦੀ ਲੋੜ ਹੈ ਵੀ ਕੀ ਬਣ ਸਕਦਾ ਤੁਹਾਡਾ। ਪਿਆਰੇ ਦਰਸ਼ਕੋ, ਖਬਰਾਂ ਦਾ ਸਿਲਸਿਲਾ ਆਪਾਂ ਜਾਰੀ ਰੱਖਾਂਗੇ। ਔਰ ਗੱਲ ਇਹ ਹੈ ਕਿ ਖਬਰ ਤਾਂ ਇਹ ਵੀ ਦੱਸਣੀ ਸੀ ਤੁਹਾਨੂੰ ਕਿ ਭਾਰਤੀ ਜਨਤਾ ਪਾਰਟੀ ਕਰਕੇ 7 ਬੰਦੇ ਜ਼ਖਮੀ ਜੇ ਹਰਿਆਣਾ 'ਚ ਹੁੰਦੇ ਨੇ। ਸਦਨ 'ਚ ਭਾਰਤੀ ਜਨਤਾ ਪਾਰਟੀ ਦੇ ਬੰਦੇ ਨੂੰ ਵੀ ਨਹੀਂ ਬੋਲਣ ਦਾ, ਐਮਐਲਏ ਅਰਨ ਜਿਹੜਾ ਹੈ ਨਾਰਿੰਗ, ਉਹਨੂੰ ਵੀ ਨਹੀਂ ਬੋਲਣ ਦਿੱਤਾ ਗਿਆ। ਉਹ ਵੀ ਗੱਲ ਕਰਨੀ ਸੀ। ਔਰ ਦੂਜੀ ਗੱਲ ਜਿਹੜੀ ਆਉਣ ਵਾਲੇ ਟਾਈਮ 'ਚ ਆਪਾਂ ਕਰਨੀ ਹੈ, ਉਹਦੇ ਵਿੱਚ ਦਿੱਲੀ ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਚੋਣਾਂ, ਦਿੱਲੀ ਦੀਆਂ 5 ਜ਼ਿਮਨੀ ਚੋਣਾਂ ਨੇ, ਕਾਉਂਸਲਿੰਗ, ਲੇਕਿਨ ਉਹ ਤਾਂ ਸੰਕੇਤ ਮਿਲ ਜਾਂਦੇ ਨੇ ਕਾਉਂਸਲਰ ਜਦੋਂ ਚੁਣੇ ਗਏ ਨੇ। ਉਹ ਸੰਕੇਤ ਇਹ ਕਹਿੰਦੇ ਨੇ ਕਿ ਦਿੱਲੀ ਵਿੱਚ ਵੀ ਭਾਰਤੀ ਜਨਤਾ ਪਾਰਟੀ ਦਾ ਹਾਲ ਬੁਰਾ ਹੈ। ਆਉਣ ਵਾਲੇ ਆਪਾਂ ਹਿੱਸੇ ਦੇ ਵਿੱਚ ਕਰੋਨਾ ਦਾ ਵੀ ਜ਼ਿਕਰ ਕਰਨਾ ਹੈ, ਰਾਸ਼ਟਰਪਤੀ ਨੇ ਵੀ ਟੀਕਾ ਲਵਾਇਆ, ਇਹ ਵੀ ਜ਼ਿਕਰ ਕਰਨਾ ਹੈ। ਔਰ ਹਰਿਆਣਾ ਦੀ ਜਿਹੜੀ 75% ਰਿਜ਼ਰਵੇਸ਼ਨ ਹੈ, ਉਹ ਪੰਜਾਬ 'ਚ ਵੀ ਮੰਗ ਉੱਠੀ, ਕੱਲ ਵੀ ਮੈਂ ਗਿਆ ਸੀ, ਉਹਦਾ ਵੀ ਜ਼ਿਕਰ ਕਰਨਾ ਹੈ। ਔਰ ਜ਼ਿਕਰ ਤਾਂ ਇਹ ਵੀ ਕਰਨਾ ਕਿ ਬਰਤਾਨਵੀ ਸੰਸਦ ਦੇ ਵਿੱਚ ਹੁਣ ਜਿਹੜਾ ਹੈ ਅਗਲੇ ਸੋਮਵਾਰ ਕਿਸਾਨਾਂ ਦਾ ਮੁੱਦਾ ਜਿਹੜਾ ਉੱਠਣਾ, ਪ੍ਰੈਸ ਦੀ ਆਜ਼ਾਦੀ ਦਾ ਮੁੱਦਾ 90 ਮਿੰਟ ਲਈ ਉੱਠਣਾ, ਉਹਦਾ ਜ਼ਿਕਰ ਕਰਾਂਗੇ। ਤੇ ਜ਼ਿਕਰ ਇਹ ਵੀ ਕਰਾਂਗੇ ਕਿ ਨਵਜੋਤ ਸਿੱਧੂ ਕੀ ਕਰ ਰਿਹਾ ਹੈ, ਤੇ ਨਾਲੇ ਫਿਰ ਸ਼੍ਰੋਮਣੀ ਅਕਾਲੀ ਦਲ, ਡੈਮੋਕ੍ਰੇਟਿਕ ਔਰ ਟਕਸਾਲੀ ਦੀ ਗੱਲ ਕਰਾਂਗੇ। ਪਰ ਇੱਕ ਬ੍ਰੇਕ ਲੈ ਲਈਏ। ਬ੍ਰੇਕ ਦੇ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ 9:40 ਤੇ ਤੁਸੀਂ ਅਗਲਾ ਹਿੱਸਾ ਦੇਖ ਸਕਦੇ ਹੋ। YouTube, Facebook ਔਰ Google, Apple ਔਰ ਐਂਕਰ ਆਦਿ ਪੋਡਕਾਸਟ ਤੇ ਵੀ ਜਾ ਸਕਦੇ ਹੋ। ਔਰ ਜਿਹੜੇ ਨਾਰਥ ਅਮਰੀਕਾ ਦੇ ਦਰਸ਼ਕ ਸਾਡੇ ਨਾਲ ਜੁੜੇ ਰਹਿਣ। ਲੈਣੇ ਆ ਇੱਕ ਬ੍ਰੇਕ। ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ। ਪਿਆਰੇ ਦਰਸ਼ਕੋ, 2 ਖਬਰਾਂ ਆਪਾਂ ਦੁਨੀਆ ਦੀਆਂ ਲੈ ਲਈਏ। ਪਹਿਲਾਂ ਐਜੂਕੇਸ਼ਨ ਨਾਲ ਸੰਬੰਧਿਤ ਇੱਕ ਤਾਂ ਖਬਰ ਹੈ ਆਸਟ੍ਰੇਲੀਆ ਦੀ, ਤੇ ਜਿਹੜੀ ਆਪਣੇ ਨਾਲ ਵੀ ਸੰਬੰਧਿਤ ਹੈ।
ਇੱਕ ਅਮਰੀਕਾ ਦੀ ਯੂਨੀਵਰਸਿਟੀ ਬਲੋਵੀਆ ਦੀ ਖਬਰ ਹੈ, ਤੇ ਬਲੋਵੀਆ ਦੀ ਯੂਨੀਵਰਸਿਟੀ ਦੀ ਖਬਰ ਪਹਿਲਾਂ ਲੈਂਦੇ ਆ ਕਿਉਂਕਿ ਬਹੁਤ ਮਾੜੀ ਖਬਰ ਹੈ। ਕੀ ਹੈ? ਇੰਡੀਆ 'ਚ ਤਾਂ ਅਕਸਰ ਐਸਾ ਕੁਝ ਵਾਪਰਦਾ, ਅਮਰੀਕਾ 'ਚ ਮੈਂ ਪਹਿਲੀ ਵਾਰ ਦੇਖ ਰਿਹਾ ਕਿ ਇਹੋ ਜਿਹਾ ਕੁਝ ਹੁੰਦਾ। ਜਾਂ ਤਾਂ ਵਿਦਿਆਰਥੀਆਂ ਨੇ ਗੜਬੜ ਬਹੁਤ ਵੱਡੀ ਕੀਤੀ ਉੱਥੇ, ਜਾਂ ਫਿਰ ਉੱਥੇ ਵੀ ਇੰਡੀਆ ਵਾਲਾ ਹਾਲ ਹੈ। ਅਸਲ ਦੇ ਵਿੱਚ ਗੱਲ ਕੀ ਹੋਈ ਕਿ ਚੌਥੀ ਮੰਜ਼ਿਲ ਤੇ ਵਿਦਿਆਰਥੀ ਖੜੇ ਨੇ, ਤੁਸੀਂ ਦੇਖ ਰਹੇ ਹੋ। ਇੱਥੇ ਚੌਥੀ ਮੰਜ਼ਿਲ ਤੇ ਕੁਝ ਵਿਦਿਆਰਥੀ, ਦੂਰੋਂ ਤਾਂ ਇਹ ਲੱਗਦਾ ਕਿ ਥੋੜਾ ਬਹੁਤਾ ਝਗੜਾ ਹੋਇਆ ਜਾਂ ਉਹ ਆਪਸ 'ਚ ਖਰਮਸਤੀ ਕਰ ਰਹੇ ਨੇ, ਪਰ ਜਿਵੇਂ ਤੁਸੀਂ ਦੇਖ ਰਹੇ ਹੋ ਝਗੜਾ ਹੀ ਲੱਗਦਾ ਹੈ। ਲੇਕਿਨ ਇਹ ਝਗੜੇ 'ਚ ਹੋਇਆ ਕੀ ਕਿ ਰੇਲਿੰਗ ਟੁੱਟ ਜਾਂਦੀ ਹੈ, ਤੇ ਰੇਲਿੰਗ ਟੁੱਟਣ ਨਾਲ ਆਹ ਦੇਖੋ, ਤੁਸੀਂ ਦੇਖੋ ਕਿ 7 ਵਿਦਿਆਰਥੀ ਉੱਤੋਂ ਚੌਥੀ ਮੰਜ਼ਿਲ ਤੋਂ ਡਿੱਗ ਕੇ ਮਾਰੇ ਜਾਂਦੇ ਨੇ। ਆਹ ਖੁਸ਼ਕਿਸਮਤ ਹੈ ਜਿਹਨੂੰ ਬਾਕੀ ਵਿਦਿਆਰਥੀਆਂ ਨੇ ਖਿੱਚ ਕੇ ਅੱਗੇ ਬਚਾ ਲਿਆ। ਇਸ ਕਿਸਮ ਦੀਆਂ ਖਬਰਾਂ ਬਹੁਤ ਨਿਰਾਸ਼ ਕਰਦੀਆਂ ਨੇ ਕਿ ਬੱਚੇ ਪੈਦਾ ਕਰਕੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਹੈ ਵੱਡੇ ਕਰਨਾ ਬਹੁਤ ਜ਼ੋਰ ਲੱਗਦਾ, ਮਾਪਿਆਂ ਦਾ ਬਹੁਤ ਕੀਮਤੀ ਟਾਈਮ, ਕੀਮਤੀ ਸਰਮਾਇਆ, ਸਭ ਕੁਝ ਲੱਗਦਾ ਹੈ। ਜਦੋਂ ਇਸ ਲੈਵਲ ਤੇ ਆਉਂਦੇ ਨੇ ਕਿ ਮਾੜਾ ਮੋਟਾ ਕੁਝ ਰੀਪੇ ਕਰ ਸਕਣ, ਉਸ ਵੇਲੇ ਇਹੋ ਜਿਹੀ ਗੱਲ ਹੋਵੇ, ਦੁੱਖ ਹੁੰਦਾ। ਚਲੋ ਹੁਣ ਦੂਜੀ ਖਬਰ ਲੈਂਦੇ ਹਾਂ। ਦੂਜੀ ਖਬਰ ਹੈ ਸਿਡਨੀ ਦੀ। ਸਿਡਨੀ ਦੇ ਵਿੱਚ ਹੁਣ ਉੱਥੇ ਨਾ ਜਿਵੇਂ ਕੈਨੇਡਾ ਦੇ ਵਿੱਚ ਹੈ, ਉੱਥੇ ਵੀ ਕਾਫੀ ਲੋਕ ਪੰਜਾਬੀ ਜਾ ਰਹੇ ਨੇ। ਪੰਜਾਬੀਆਂ ਦੇ ਡੈਸਟੀਨੇਸ਼ਨ ਦੇ ਵਿੱਚ ਦੋ ਹੀ ਵੱਡੇ ਹੁਣ ਦੇਸ਼ ਨੇ, ਪਹਿਲਾ ਕੈਨੇਡਾ, ਦੂਜਾ ਜਿਹੜਾ ਹੈ ਆਸਟ੍ਰੇਲੀਆ, ਤੇ ਫਿਰ ਬਾਕੀ ਆਉਂਦੇ ਨੇ ਨਿਊਜ਼ੀਲੈਂਡ, ਅਮਰੀਕਾ ਵਗੈਰਾ। ਤੇ ਹੁਣ ਸਿਡਨੀ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਸਿੱਖ ਵੀ ਪਹੁੰਚ ਰਹੇ ਨੇ, ਗੁਰੂ ਘਰ ਬਣ ਰਹੇ ਨੇ, ਤੇ ਉੱਥੇ ਫਿਰ ਆਪਣੇ ਜਿਹੜੇ ਸੱਭਿਆਚਾਰ ਨੂੰ, ਆਪਣੀ ਬੋਲੀ ਨੂੰ ਬਚਾਉਣ ਦੇ ਹੀਲੇ ਵੀ ਸ਼ੁਰੂ ਹੋਏ ਨੇ। ਹੁਣ ਉੱਥੇ ਸਿਡਨੀ ਦੇ ਵਿੱਚ ਇੱਕ ਸਕੂਲ ਖੋਲ੍ਹਣਾ ਹੈ, ਸਿੱਖ ਸਕੂਲ। ਇਹ ਪਹਿਲਾ ਸਿੱਖ ਸਕੂਲ ਹੋ, ਇਹਦੀ ਪ੍ਰਵਾਨਗੀ ਲਈ ਲਿਖਿਆ ਗਿਆ ਸੀ, ਤੇ ਖੁਸ਼ੀ ਦੀ ਗੱਲ ਹੈ ਕਿ ਪ੍ਰਵਾਨਗੀ ਮਿਲ ਗਈ। ਜਿਹੜੇ ਬੰਦੇ ਖੋਲ ਰਹੇ ਨੇ ਉਹਨਾਂ ਚੋਂ ਇੱਕ ਸ਼ਾਮ ਸਿੰਘ ਹੈ, ਦੂਜਾ ਭੁਪਿੰਦਰ ਸਿੰਘ ਹੈ। ਉਹ ਜਿਹੜੇ ਜਾਣਕਾਰੀ ਉਹਨਾਂ ਨੇ ਦਿੱਤੀ ਹੈ ਕਿ ਇਹ ਤੇ $150 ਮਿਲੀਅਨ ਖਰਚਾਂਗੇ ਔਰ 1260 ਵਿਦਿਆਰਥੀ ਇਹ ਇੱਥੇ ਪੜ੍ਹ ਸਕਣਗੇ। ਦੇਖੋ, ਇਸ ਕਿਸਮ ਦੇ ਕੈਨੇਡਾ 'ਚ ਤਾਂ ਸਕੂਲ ਸੀ, ਰੁਪਿੰਦਰ ਸਿੰਘ ਮਲਕ ਦਾ ਸਕੂਲ, ਉੱਥੇ ਸਿੱਖ ਸਕੂਲ ਹੈ, ਬਹੁਤ ਸਾਰੇ ਸਕੂਲ ਹੋਰ ਵੀ ਨੇ, ਹਰ ਥਾਂ ਨੇ। ਮੈਂ ਬਰੈਂਪਟਨ 'ਚ ਦੇਖੇ ਨੇ, ਈਵਨ ਕੈਲਗਰੀ ਦੇ ਵਿੱਚ ਵੀ ਸਿੱਖ ਸਕੂਲ ਹੈ, ਖਾਲਸਾ ਸਕੂਲ ਨੇ। ਲੇਕਿਨ ਸਿਡਨੀ 'ਚ ਪਹਿਲਾ ਸਕੂਲ ਹੈ, ਇਹ ਵੀ ਆਪਣੇ ਆਪ 'ਚ ਠੀਕ ਤੇ ਵੱਡੀ ਗੱਲ ਹੈ। ਤੇ ਵੱਡੀ ਤੇ ਠੀਕ ਗੱਲ ਆਪਾਂ ਇਹ ਵੀ ਦੇਖਣੀ ਹੈ ਕਿ ਕਰੋਨਾ ਹੁਣ ਫਿਰ ਦੂਜੇ ਗੇੜ ਦੇ ਵਿੱਚ ਵੀ ਡਰਾਉਣ ਲੱਗ ਪਿਆ, ਔਰ ਇਹ ਹੋਇਆ ਕਿ ਜਿਹੜੀ ਗੱਲ ਅਖਬਾਰਾਂ ਨੇ ਬੰਦ ਕਰਤੀ ਸੀ, ਅੱਜ ਮੈਂ ਇੱਕ ਅਖਬਾਰ ਖੋਲ੍ਹਿਆ, ਉਸੇ ਤਰ੍ਹਾਂ ਉਹਦਾ ਮੀਟਰ ਜਿਵੇਂ ਪਹਿਲਾਂ ਚੱਲਦਾ ਸੀ, ਪਿਛਲੇ ਸਾਲ ਅਪ੍ਰੈਲ ਮਈ ਦੇ ਵਿੱਚ ਸ਼ੁਰੂ ਹੋਇਆ ਸੀ, ਬਿਲਕੁਲ ਉਵੇਂ ਦੁਬਾਰਾ ਚੱਲਣਾ ਸ਼ੁਰੂ ਹੋ ਗਿਆ। ਕਾਰਨ ਬੜਾ ਸਪਸ਼ਟ ਹੈ ਕਿ ਇਹ ਜਿਹੜਾ ਹੈ ਦੁਬਾਰਾ ਗਿਣਤੀ ਵੱਧ ਰਹੀ ਹੈ। ਪਰ ਇੰਡੀਆ ਦੇ ਵਿੱਚ ਇੱਕ ਗੱਲ ਹੋਰ ਨਜ਼ਰ ਆਉਂਦੀ ਹੈ, ਅਕਸਰ ਪੁੱਛਦੇ ਨੇ ਕਿ ਉਵੇਂ ਹੋ ਜਾਊਗਾ, ਤੇ ਉਦੋਂ ਤਾਂ ਫਿਰ ਜਿਹੜਾ ਕਰੋਨਾ ਦਾ ਕੋਈ ਟੀਕਾ ਨਹੀਂ ਸੀ, ਹੁਣ ਤਾਂ ਕਰੋਨਾ ਦਾ ਟੀਕਾ ਆ ਗਿਆ, ਹੁਣ ਤਾਂ ਕੰਟਰੋਲ ਹੋਣਾ ਚਾਹੀਦਾ। ਤੇ ਹੁਣ ਕੀ ਹੈ, ਉਹਨੂੰ ਕੰਟਰੋਲ ਕਰਨ ਲਈ ਕੱਲ ਇੰਡੀਆ 'ਚ ਇੱਕ ਹੋਰ ਫੈਸਲਾ ਹੋਇਆ, ਮੈਂ ਸਮਝਦਾ ਵਧੀਆ ਫੈਸਲਾ। ਕੀ ਹੋਇਆ ਕਿ ਇੱਕ ਸਮਾਂ ਹੁੰਦਾ ਸੀ ਜਿਹੜਾ ਕਰੋਨਾ ਦੇ ਟੀਕਾ ਲਵਾਉਣ ਦਾ, ਹੁਣ ਸਾਰੇ ਹਸਪਤਾਲਾਂ 'ਚ ਸਰਕਾਰ ਨੇ ਫੈਸਲਾ ਕਰ ਲਿਆ ਕਿ 24 ਘੰਟੇ ਜਦੋਂ ਜਿਸ ਦਾ ਦਿਲ ਕਰਦਾ, ਜਦੋਂ ਜਿਸ ਨੂੰ ਟਾਈਮ ਮਿਲਦਾ, ਉਹ ਜਾ ਕੇ ਟੀਕਾ ਲਵਾ ਸਕਦਾ ਹੈ। ਯਾਨੀ ਟਾਈਮ ਦੀ ਬੰਦਿਸ਼ ਖਤਮ ਕਰਤੀ, ਚੰਗੀ ਗੱਲ ਕੀਤੀ ਹੈ। ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟੀਕਾ ਲਾਉਣ ਤੋਂ ਬਾਅਦ ਜਿਹੜਾ ਭਾਰਤ ਦਾ ਬਣਿਆ ਹੋਇਆ ਟੀਕਾ ਹੈ ਕੋਵੈਕਸੀਨ, ਉਹਨੂੰ ਲੋਕਾਂ ਨੇ ਹੁਣ ਲਵਾਉਣਾ ਸ਼ੁਰੂ ਕਰਤਾ। ਦੂਜੇ ਪਾਸੇ ਇਹ ਵੀ ਰਿਪੋਰਟ ਆ ਗਈ ਜਿਹੜੀ ਕੋਵੈਕਸੀਨ ਹੈ ਇਹ 81% ਕਾਰਗਰ ਹੈ। ਦੇਖੋ, ਜਦੋਂ ਆਪਾਂ ਸਾਰੇ ਦੁਨੀਆ ਦੇ ਦੇਖਦੇ ਹਾਂ ਨਾ, ਉਹਦੇ 'ਚ ਤਾਂ ਸਭ ਤੋਂ ਘੱਟ ਹੈ ਇਹ। ਦੇਖੋ, ਸਭ ਤੋਂ ਜ਼ਿਆਦਾ ਤਾਂ ਮੈਡਰੀਨਾ ਹੈ ਅਮਰੀਕਾ ਦੀ, ਜਿਹੜੀ 94% ਉਹਦੇ ਰਿਜ਼ਲਟ ਨੇ, ਬਹੁਤ ਵਧੀਆ ਨੇ ਉਹਦੇ ਰਿਜ਼ਲਟ। ਫਿਰ ਫਾਈਜ਼ਰ ਦੇ
90% ਨੇ। ਫਿਰ ਇੱਕ ਰਸ਼ੀਆ ਦੀ ਵੀ ਹੈ ਸਪੁਤਨਿਕ, ਸਪੁਤਨਿਕ ਦਾ 92% ਰਿਜ਼ਲਟ ਆਇਆ। ਤੇ ਜਿਹੜੀ ਸਾਡੀ ਦੂਜੀ ਹੈ ਉਹ ਵੀ ਫਿਰ ਕੋਵਸਫੀਲਡ ਜਿਹੜੀ ਸੀਰਮ ਇੰਸਟੀਚਿਊਟ ਨਾਲ ਰਲ ਕੇ ਆਕਸਫੋਰਡ ਬਣਾ ਰਿਹਾ ਹੈ, ਉਹਦੀ 82.4। ਜਿਹੜੀ ਇਹ 81 ਬੰਦੇ ਤਾਂ ਬਚਣਗੇ ਜਿਹੜੀ ਇਹ ਲਾਉਣ ਵਾਲੇ, ਜੇ ਕੋਵੈਕਸੀਨ ਲਾਉਂਦੇ ਆ। ਲੇਕਿਨ ਇਸ ਵਾਰ ਜੋ ਕੁਝ ਹੋਏਗਾ, ਜੇ ਦੁਬਾਰਾ ਹਮਲਾ ਕਰਦਾ ਹੈ ਇਹ ਅਦ੍ਰਿਸ਼ ਦੁਸ਼ਮਣ, ਤਾਂ ਸਾਡੇ ਕੋਲ ਹਥਿਆਰ ਹੈ। ਪਹਿਲਾਂ ਹਥਿਆਰ ਨਹੀਂ ਸੀ, ਮੈਨੂੰ ਲੱਗਦਾ ਪਹਿਲਾਂ ਨਾਲੋਂ ਘੱਟ ਨੁਕਸਾਨ ਹੋਣ ਦੀ ਸੰਭਾਵਨਾ ਹੈ। ਵੈਸੇ ਅੰਦਾਜ਼ਾ ਲਾ ਲਈਏ ਕਿ ਹੁਣ ਪਿਛਲੇ ਸਾਲ 22 ਮਾਰਚ ਨੂੰ ਜਨਤਾ ਕਰਫਿਊ ਸੀ ਔਰ 24 ਮਾਰਚ ਤੋਂ ਤਾਂ ਲਾਕਡਾਊਨ ਬਿਨਾਂ ਕਿਸੇ ਦੱਸੇ, ਜਿਹਨੂੰ ਮੋਦੀ ਸਾਹਿਬ ਕਹਿੰਦੇ ਨੇ ਸਹੀ ਸਮੇਂ ਲਿਆ ਫੈਸਲਾ। ਤੋਂ ਉਹ ਜਿਹੜਾ ਫੈਸਲਾ ਸਹੀ ਸਮਾਂ ਉਹ ਨਹੀਂ ਸੀ, ਹਾਲਾਂਕਿ ਸਹੀ ਸਮਾਂ ਤਾਂ ਇਹ ਦਸੰਬਰ 19 ਚ ਆਇਆ ਤੇ ਇਹ ਸਹੀ ਸਮਾਂ ਤਾਂ ਉਦੋਂ ਸੀ ਜਦੋਂ ਟਰੰਪ ਦੀ ਆਓ ਭਗਤ ਹੋ ਰਹੀ ਸੀ। ਐਨੀਵੇ, ਹੁਣ ਇੰਡੀਆ ਦੇ ਵਿੱਚ ਕੀ ਹੈ, ਕੱਲ ਸਵੇਰ ਅੱਜ 8 ਵਜੇ ਤੱਕ ਦਾ ਜਿਹੜਾ ਮੈਂ ਤੁਹਾਨੂੰ ਦੱਸਦਾ ਅੰਕੜਾ 1,11,56,748, ਜਿਹੜੀ ਅੱਜ ਨਵੇਂ ਕੇਸ ਜਿਹੜੇ ਆਏ 17,425 ਤੇ ਐਕਟਿਵ ਕੇਸ ਹੁਣ ਦੇਸ਼ ਦੇ ਵਿੱਚ ਨੇ 1,20,443। ਮੌਤਾਂ ਕੱਲ 87 ਹੋਈਆਂ ਨੇ, ਜਿਹੜੀ ਕੱਲ ਦਾ ਮਤਲਬ ਸਵੇਰੇ 8 ਵਜੇ ਤੱਕ 24 ਘੰਟੇ ਚ 1,57,471 ਟੋਟਲ ਮੌਤਾਂ ਹੋ ਗਈਆਂ ਨੇ। ਤੇ ਜੇ ਪੰਜਾਬ ਦੀ ਗੱਲ ਕਰ ਲਈਏ ਹੁਣ ਆਪਾਂ, ਤੇ ਪੰਜਾਬ ਦੇ ਵਿੱਚ ਕੁੱਲ ਕੇਸ ਜਿਹੜੇ ਨੇ ਉਹ 1,84,310 ਨੇ। ਕੱਲ ਵੀ ਜਿਹੜੇ ਕੇਸ 500 ਤੋਂ ਉੱਤੇ ਆਏ ਨੇ। ਐਕਟਿਵ ਕੇਸ ਹੁਣ ਪੰਜਾਬ 'ਚ 5,593 ਹੋ ਗਏ। ਮੌਤਾਂ ਕੱਲ ਜਿਹੜੀਆਂ ਨੇ 12 ਹੋ ਰਹੀਆਂ ਨੇ ਪੰਜਾਬ 'ਚ, 5,872 ਮੌਤਾਂ ਟੋਟਲ ਹੋ ਚੁੱਕੀਆਂ ਨੇ। ਸੋ ਲੱਗ ਇਹ ਰਿਹਾ ਕਿ ਵੱਧ ਵੀ ਰਿਹਾ, ਪਰ ਕੰਟਰੋਲ ਕਰਨਾ ਪਹਿਲਾਂ ਨਾਲੋਂ ਠੀਕ ਰਹੇਗਾ ਜਾਂ ਸੌਖਾ ਹੋਏਗਾ। ਇੱਕ ਖਬਰ ਆਪਾਂ ਹੋਰ ਆਮ ਆਦਮੀ ਪਾਰਟੀ ਦੀ ਲੈ ਲਈਏ। ਚੜ੍ਹਦੀ ਕਲਾ ਚ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ, ਮੈਂ ਲਗਾਤਾਰ ਇੰਨੇ ਸਾਲ ਹੋ ਗਏ, ਤਕਰੀਬਨ 77 ਤੋਂ ਮੈਂ ਪੱਤਰਕਾਰੀ ਕਰ ਰਿਹਾ। ਮੈਂ ਪਹਿਲੀ ਵਾਰ ਦੇਖਿਆ ਸੀ ਕਿਸੇ ਮੁੱਖ ਮੰਤਰੀ ਨੂੰ ਇਹ ਕਹਿੰਦੇ ਹੋਏ ਕਿ ਜੇ ਤਾਂ ਤੁਹਾਨੂੰ ਲੱਗਦਾ ਮੈਂ ਚੰਗੇ ਕੰਮ ਕੀਤੇ ਨੇ ਤਾਂ ਮੈਨੂੰ ਵੋਟ ਪਾ ਦਿਓ, ਨਹੀਂ ਛੱਡੋ, ਜਿਹਨੂੰ ਪਾਉਣੀ ਹੈ ਪਾ ਦਿਓ। ਤਾਂ ਫਿਰ ਉਹ ਜਿੱਤਿਆ ਸੀ ਕੇਜਰੀਵਾਲ। ਤਾਂ ਹੁਣ ਉਸੇ ਦਿੱਲੀ ਦੇ ਵਿੱਚ ਜਿੱਥੇ ਭਾਰਤੀ ਜਨਤਾ ਪਾਰਟੀ ਬੈਠੀ ਹੈ ਕੇਂਦਰ ਦੇ ਵਿੱਚ, ਜਿਹਦੀ ਪੁਲਿਸ ਹੈ, ਜਿਹਦੇ ਕੋਲ ਹੋਰ ਬੜਾ ਕੁਝ ਹੈ, ਉਸ ਦੇ ਵਿੱਚ ਦਿੱਲੀ ਦੇ ਵਿੱਚ 5 ਜਿਮਨੀ ਚੋਣਾਂ ਹੋਈਆਂ ਕੌਂਸਲਰ ਦੀਆਂ, ਜਿਹੜੀਆਂ 4 ਉੱਥੇ ਨਗਰ ਨਿਗਮ ਨੇ, ਮਿਊਨਿਸਪਲ ਕਾਰਪੋਰੇਸ਼ਨਸ ਨੇ। ਇੱਕ ਤਾਂ ਚੋਣਾਂ ਹੁੰਦੀਆਂ ਨੇ ਜਿੱਥੇ ਦਫ਼ਤਰ ਨੇ ਸਾਰੇ, ਸਦਨ ਹੈ ਸਾਡਾ, ਉੱਥੇ ਤਾਂ ਹੁੰਦੀਆਂ ਨੇ, ਬਾਕੀ 3 ਚ ਹੁੰਦੀਆਂ ਨੇ। ਉੱਥੇ 5 ਸੀਟਾਂ ਖਾਲੀ ਸੀ, ਉਹਨਾਂ ਚੋਂ 4 ਦੇ ਵਿੱਚੋਂ ਆਮ ਆਦਮੀ ਪਾਰਟੀ ਜਿੱਤ ਗਈ। ਜਿਹੜੀ ਪਿਛਲੀ ਸੀਟ 'ਚ ਇੱਕ ਹਾਰੀ, ਲੇਕਿਨ ਪੂਰੀਆਂ ਦੇ ਘਾਟਾ ਕੋਈ ਨਹੀਂ ਪਿਆ, 4 ਜਿੱਤ ਗਈ। ਘਾਟਾ ਕਿਹਨੂੰ ਪਿਆ? ਭਾਰਤੀ ਜਨਤਾ ਪਾਰਟੀ ਨੂੰ। ਭਾਰਤੀ ਜਨਤਾ ਪਾਰਟੀ ਦੀ ਇਉਂ ਕਹਿ ਲਈਏ ਇੱਕ ਸੀਟ ਕਾਂਗਰਸ ਲੈ ਗਈ। ਪਰ ਕਿਤੇ ਨਾ ਕਿਤੇ ਇਹਨੂੰ ਇਹ ਦੇਖਿਆ ਜਾ ਰਿਹਾ ਹੈ ਕਿ ਕਿਸਾਨਾਂ ਦਾ ਅਸਰ ਹੁਣ ਦਿੱਲੀ ਦੀ ਇਲੈਕਸ਼ਨ 'ਚ ਵੀ ਪਿਆ ਹੈ, ਇਹ ਦੇਖਿਆ ਜਾ ਰਿਹਾ ਹੈ। ਅਸਰ ਪੰਜਾਬ 'ਚ ਹੋਰ ਪੈਣਾ ਸ਼ੁਰੂ ਹੋ ਗਿਆ। ਕੱਲ ਵੀ ਮੈਂ ਜ਼ਿਕਰ ਕੀਤਾ ਸੀ। ਕੀ ਅਸਰ? ਹਰਿਆਣਾ ਨੇ 75% ਰਿਜ਼ਰਵੇਸ਼ਨ ਆਪਣੇ ਬੰਦਿਆਂ ਨੂੰ ਦੇ ਦਿੱਤੀ। ਕੱਲ ਕਾਨੂੰਨ ਬਣ ਗਿਆ, ਗਵਰਨਰ ਦੇ ਦਸਤਖਤ ਹੋ ਗਏ। ਕਾਨੂੰਨ ਬਣਾਉਣ 'ਚ ਦੁਸ਼ਯੰਤ ਚੌਟਾਲਾ ਦਾ ਰੋਲ ਹੈ। ਉਹ ਇਹ ਕਹਿੰਦੇ ਆ ਕਿ ਜੋ ਵੀ ਨੌਕਰੀ 50,000 ਰੁਪਏ ਤੋਂ ਘੱਟ ਹੈ, ਉਹ 75% ਬੰਦੇ ਜਿਹੜੇ ਨੇ ਉਹ ਹਰਿਆਣਵੀ ਹੋਣਗੇ, ਬਲਕਿ 65% ਹੋਣਗੇ। 10% ਤਾਂ ਅੱਗੇ ਹੋਰ ਰਿਜ਼ਰਵੇਸ਼ਨ ਹੈ। ਉਹ ਹੈ ਵੀ ਜਿਹੜੇ ਜ਼ਿਲ੍ਹੇ 'ਚ ਨੌਕਰੀ, ਜਿਹੜੀ ਕੋਈ ਫੈਕਟਰੀ ਹੈ ਉਹਦੇ 'ਚ ਜਿਹੜੇ ਹੈ ਉਸ ਜ਼ਿਲ੍ਹੇ ਦੇ ਬੰਦੇ ਰੱਖੇ ਜਾਣਗੇ। 10% ਉਹਨਾਂ ਦਾ ਹੋ ਗਿਆ, ਜਿਹੜੀ ਟੋਟਲ 75% ਰਿਜ਼ਰਵੇਸ਼ਨ ਹੋ ਗਈ ਹਰਿਆਣਾ ਦੀ ਪ੍ਰਾਈਵੇਟ ਜਿਹੜੇ ਆ ਰੁਜ਼ਗਾਰ ਜਿਹੜੇ ਦਿੱਤੇ ਨੇ ਪ੍ਰਾਈਵੇਟ ਫਰਮ ਦੇ ਵਿੱਚ। ਹੁਣ ਇਹਨੂੰ ਲੈ ਕੇ ਕੱਲ ਰੁਪਿੰਦਰ ਕੌਰ ਰੂਬੀ ਨੇ ਮਸਲਾ ਖੜਾ ਕਰਤਾ। MLA ਹੈ ਪੰਜਾਬ 'ਚ ਆਮ ਆਦਮੀ ਪਾਰਟੀ ਦੀ, ਇਹ ਵੀ ਨੌਜਵਾਨ ਹੈ। ਹੁਣ ਇਹਦਾ ਕਹਿਣਾ ਕਿ ਪੰਜਾਬ 'ਚ ਕਿਉਂ ਨਹੀਂ ਕਰਦੇ ਤੁਸੀਂ, ਜੇ ਹਰਿਆਣਾ ਕਰ ਰਿਹਾ ਹੈ। ਵੈਸੇ ਤਾਂ
ਜਿਹੜਾ ਰਾਈਟ ਟੂ ਇਕੁਐਲਿਟੀ ਹੋ ਗਿਆ ਖਤਮ, ਜੇ ਇਹ ਕੰਮ ਚੱਲ ਪਿਆ। ਦੇਖੋ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੀ ਵਾਰ ਜਦੋਂ ਇਹ ਜਾ ਰਿਹਾ ਸੀ ਉਦੋਂ ਉਹਨਾਂ ਦੀ ਮੈਂ ਸਟੇਟਮੈਂਟ ਸੁਣੀ ਹੈ। ਉਹ ਕਹਿੰਦੇ ਜੇ ਕੋਈ ਬੰਦਾ ਥੋੜਾ ਜਿਹਾ ਵੀ ਕੋਰਟ 'ਚ ਚਲਾ ਗਿਆ ਨਾ ਤਾਂ ਇਹ ਰੱਦ ਹੋ ਜਾਊਗਾ, ਕਿਉਂਕਿ ਇਹ ਕਨਸਟੀਟਿਊਸ਼ਨ ਦੀ ਭਾਵਨਾ ਦੇ ਉਲਟ ਹੈ। ਗੱਲ ਕੈਪਟਨ ਸਾਹਿਬ ਕਹਿ ਤਾਂ ਠੀਕ ਰਹੇ, ਲੇਕਿਨ ਜੇ ਹਰਿਆਣਾ ਕਰਦਾ ਹੈ, ਪੰਜਾਬ ਦੇ ਲੋਕ ਉੱਥੇ ਨਹੀਂ ਜਾ ਸਕਣਗੇ, ਤੇ ਹਰਿਆਣਾ ਦੇ ਪੰਜਾਬ 'ਚ ਕਿਉਂ ਹੋਣ? ਪੰਜਾਬ ਨੂੰ ਕਰਨਾ ਪਊਗਾ ਜਾਂ ਕਰਨਾ ਚਾਹੀਦਾ, ਫਿਰ ਰੂਬੀ ਦੀ ਗੱਲ ਠੀਕ ਹੈ। ਸੋ ਇਹ ਗੱਲ ਪੱਕੀ ਹੈ ਕਿ ਅਨਕਨਸਟੀਟਿਊਸ਼ਨਲ ਫੈਸਲਾ ਹੋ ਗਿਆ। ਕਿਉਂ ਹੋ ਗਿਆ? ਕਿਉਂਕਿ ਫਿਰ ਤਾਂ ਸਾਰੇ ਹੀ ਕਰਨਗੇ, ਫਿਰ ਤਾਂ ਰਾਈਟ ਟੂ ਇਕੁਐਲਿਟੀ ਵਾਲਾ, ਰਾਈਟ ਟੂ ਵਰਕ ਵਾਲਾ, ਇਹ ਫੰਡਾਮੈਂਟਲ ਰਾਈਟ ਸਾਡਾ ਕਿੱਥੇ ਰਹਿ ਜਾਊਗਾ? ਫਿਰ ਤਾਂ ਆਪਣੀ ਆਪਣੀ ਸਟੇਟ ਜਾਓ ਤੁਸੀਂ, ਤੇ ਫਿਰ ਤਾਂ ਕੱਲ ਨੂੰ ਮਹਾਰਾਸ਼ਟਰ ਦੇ ਵਿੱਚ ਬਿਹਾਰੀ ਕਿੱਧਰ ਜਾਣਗੇ? ਬਹੁਤ ਕੁਝ ਐਸਾ ਹੈ ਤੋ ਜਿਹੜਾ ਇਸ ਤੇ ਅਸਰ ਪਏਗਾ। ਲੱਗਦਾ ਕੈਪਟਨ ਸਾਹਿਬ ਇਸ ਗੱਲ 'ਚ ਠੀਕ ਨੇ। ਤੇ ਦੇਖੋ ਇੱਕ ਖਬਰ ਹੋਰ ਅਹਿਮ ਹੈ, ਉਹ ਹੈ ਕਿ 1 ਲੱਖ ਤੋਂ ਵੱਧ ਲੋਕਾਂ ਨੇ ਲਿਖ ਕੇ ਦਿੱਤਾ ਸੀ ਇੰਗਲੈਂਡ ਦੇ ਵਿੱਚ ਕਿ ਹਾਊਸ ਆਫ ਕਾਮਨ ਦੇ ਵਿੱਚ ਤੁਸੀਂ ਇਹ ਗੱਲ ਕਰੋ ਕਿ ਜਿਹੜੇ ਕਿਸਾਨ ਬੈਠੇ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਦੀ ਸੁਰੱਖਿਆ ਯਕੀਨੀ ਨਹੀਂ ਹੈ ਉੱਥੇ। ਤੇ ਦੂਜੀ ਗੱਲ ਉਹ ਕਹਿੰਦੇ ਉੱਥੇ ਪ੍ਰੈਸ ਨੂੰ ਵੀ ਆਜ਼ਾਦੀ ਨਹੀਂ ਹੈ। ਇਹ ਚਰਚਾ ਕਰਨ ਲਈ 1 ਲੱਖ ਲੋਕਾਂ ਨੇ ਲਿਖ ਕੇ ਦਿੱਤਾ, 1,05,000 ਸੀ। ਉਹਦੇ ਵਿੱਚ ਹੁਣ ਮੰਨ ਗਈ ਸਰਕਾਰ ਨੂੰ ਮੰਨਣਾ ਪੈਂਦਾ, ਉੱਥੇ ਇਹ ਰੂਲ ਨੇ। ਹਾਊਸ ਆਫ ਕਾਮਨ 'ਚ ਹੁਣ 90 ਮਿੰਟ ਦੀ ਚਰਚਾ ਹੋਊਗੀ ਅਗਲੇ ਸੋਮਵਾਰ। ਇਹਦੀ ਸ਼ੁਰੂਆਤ ਕਰਨੀ ਹੈ ਸਕੌਟਿਸ਼ ਨੈਸ਼ਨਲ ਪਾਰਟੀ ਹੈ ਉੱਥੇ, ਉਹਦੇ MP ਨੇ ਮਾਰਟਿਨ ਡੇ ਤੋਂ ਇਹ ਗੱਲ ਸ਼ੁਰੂ ਹੋ। ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ, ਤੇ ਵੱਡੀ ਗੱਲ ਤਾਂ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਚੁੱਪ ਨਹੀਂ ਬੈਠਿਆ, ਔਰ ਇਹਦੇ 'ਚ ਉਹ ਕਈ ਕਿਸਮ ਦੇ ਟਵੀਟ ਕਰ ਰਿਹਾ ਹੈ। ਲੋਕ ਉੱਥੇ ਚਰਚਾ ਕਰਦੇ ਨੇ, ਜਿਵੇਂ ਕੱਲ ਟਵੀਟ ਕੀਤਾ, जिस जंग में बादशाह की जान को खतरा ना हो उसे जंग नहीं कहते, राजनीति कहते हैं। ਹੁਣ ਬਾਦਸ਼ਾਹ ਕੌਣ ਹੈ? ਖਤਰਾ ਕੀ ਤੋਂ ਨਹੀਂ, ਲੱਭ ਲਓ। ਇਸੇ ਤਰੀਕੇ ਨਾਲ ਇੱਕ ਹੋਰ ਕੀਤਾ, ਇਹ ਦੁਨੀਆ ਹੈ ਜਨਾਬ, महफिल में बदनाम और अकेले में सलाम करते हैं। ਮਾਲ ਹੈ ਇਹ। ਹੁਣ ਸਾਰਾ ਕੁਝ ਜਿਹੜਾ ਜਿਸ ਪਾਸੇ ਨੂੰ ਜਾ ਰਿਹਾ ਹੈ ਇਹ ਦੇਖਣ ਵਾਲੀ ਗੱਲ ਹੈ। ਪ੍ਰਗਟ ਉਹਦਾ ਦੋਸਤ ਹੈ, ਪ੍ਰਗਟ ਉਹਦਾ ਅਟੈਕ ਕਰ ਰਿਹਾ, ਕਿਉਂਕਿ ਖਬਰਾਂ ਦਾ ਸਿਲਸਿਲਾ ਮੈਨੂੰ ਕਰਨਾ ਪੈਣਾ ਬੰਦ, ਕਿਉਂਕਿ ਹੋ ਗਿਆ ਟਾਈਮ। ਲੇਕਿਨ 2 ਖਬਰਾਂ ਬਹੁਤ ਅਹਿਮ ਸੀ, ਪਰ ਹੁਣ ਸ਼ਾਇਦ ਕੱਲ ਜ਼ਿਕਰ ਕਰਾਂਗੇ। ਇੱਕ ਤਾਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਜਿਹੜਾ ਹੈ ਗੱਠਜੋੜ ਬਣਾਉਣਾ ਚਾਹੁੰਦੇ ਹਾਂ। ਦੂਜਾ ਸੁਖਦੇਵ ਸਿੰਘ ਢੀਂਡਸਾ ਨੇ ਵੀ ਮੀਟਿੰਗ ਕੀਤੀ। ਸੋ ਇਹ ਖਬਰਾਂ ਹੁਣ ਵਿੱਚ ਹੀ ਛੱਡਦੇ ਆਪਾਂ, ਸਿਰਫ ਇੰਨੀ ਗੱਲ ਦੱਸਦੇ ਹਾਂ। 8:40 ਤੇ ਕੱਲ ਨੂੰ ਫੇਰ ਮਿਲਣਾ ਆਪਾਂ ਖਬਰ ਤੇ ਨਜ਼ਰ ਹਰਜਿੰਦਰ ਵਾਲੀਆ ਸ਼ੋਅ 'ਚ। ਅੱਜ 5:30 ਵਜੇ ਚਰਚਾ 'ਚ ਮਿਲਾਂਗੇ। ਬਹੁਤ ਬਹੁਤ ਸ਼ੁਕਰੀਆ।